ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਚਰਚਾ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰਾਂਗੇ ਜਲਿਆਂਵਾਲੇ ਬਾਗ ਬਾਰੇ ਜੋ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ। ਤੇ ਇਸ ਸਬਜੈਕਟ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਕਾਈਪ ਦੇ ਜ਼ਰੀਏ ਜੁੜੇ ਨੇ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਜੋ ਪ੍ਰੋਫੈਸਰ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ। ਸਰ, ਤੁਹਾਡਾ ਸਵਾਗਤ ਕਰਦੇ ਹਾਂ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। जानना चाहांगे जलियांवाले बाग बारे कि साडी अज दी पीढ़ी नूं तुसीं दसो इहदा इतिहासिक पिछोकड़ की है, इस बाग दी हिस्टरी की है। अभी देखो जी, ਜਿਹੜਾ ਇਤਿਹਾਸਕ ਪਿਛੋਕੜ ਦੀ ਗੱਲ ਕਰਦੇ ਹੋ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਜਿਹੜਾ ਹੈਗਾ ਬੰਦਾ, ਬੱਚਾ, ਨੌਜਵਾਨ ਜਿਹੜਾ ਵੀ ਪੰਜਾਬ ਦੇ ਵਿੱਚ ਰਹਿੰਦਾ, ਘੱਟੋ ਘੱਟ ਵੈਸੇ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਇਸ ਜਲਿਆਂਵਾਲੇ ਬਾਗ ਦੇ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਤੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਕਲਾਸ ਦੇ ਵਿੱਚ, ਸਿਲੇਬਸ ਦੇ ਵਿੱਚ ਵੀ ਜਲਿਆਂਵਾਲੇ ਬਾਗ ਬਾਰੇ ਮਾੜਾ ਮੋਟਾ ਦੱਸਿਆ ਜਾਂਦਾ ਹੈਗਾ। ਪਰ ਫਿਰ ਵੀ ਜੇ ਆਪਾਂ ਮਤਲਬ ਕਿ ਜਿਹਨੂੰ ਨਹੀਂ ਪਤਾ ਉਹਨੂੰ ਦੱਸਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਜਲਿਆਂਵਾਲਾ ਬਾਗ ਸਾਡੀ ਆਜ਼ਾਦੀ ਦੀ ਜਿਹੜੀ ਲੜਾਈ ਹੈਗੀ ਹੈ ਉਸ ਦੇ ਵਿੱਚ ਇੱਕ ਅਹਿਮ ਮਤਲਬ ਕਿ ਘਟਨਾ ਹੈਗੀ ਹੈ, ਇੱਕ ਵਾਰਦਾਤ ਹੈਗੀ ਹੈ। ਆਪਾਂ ਕਹਿ ਸਕਦੇ ਹਾਂ ਕਿ ਸਾਡੀ ਆਜ਼ਾਦੀ ਦੀ ਲੜਾਈ ਜਿਹੜੀ ਹੈਗੀ ਹੈ, ਭਾਵੇਂ 90 ਸਾਲ ਚੱਲੀ ਹੈ, 1857 ਤੋਂ ਆਪਾਂ ਕਹਿੰਦੇ ਇੱਥੇ ਸ਼ੁਰੂਆਤ ਹੁੰਦੀ ਹੈ ਤੇ 1947 ਤੱਕ ਅਸੀਂ ਮਤਲਬ ਇੱਕ ਲਗਾਤਾਰ ਮਤਲਬ ਕਿ ਇੱਕ ਸੰਘਰਸ਼ ਕੀਤਾ ਹੈਗਾ, ਇੱਕ ਅੰਦੋਲਨ ਚਲਾਇਆ ਹੈਗਾ ਆਪਣੀ ਆਜ਼ਾਦੀ ਦੇ ਵਾਸਤੇ। ਤੇ ਉਸ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਜਿਹੜਾ ਮੋੜ ਹੈਗਾ ਉਹ ਸਾਡਾ ਜਲਿਆਂਵਾਲਾ ਬਾਗ ਹੈਗਾ, ਜਿਸ ਨੇ ਇਸ ਸਾਰੇ ਅੰਦੋਲਨ ਨੂੰ ਇੱਕ ਨਵੇਂ ਰੁਖ ਦੇ ਵਿੱਚ ਸਾਹਮਣੇ ਲੈ ਕੇ ਆਂਦਾ। ਇਹ ਇੱਕ ਮਤਲਬ ਕਿ ਘਟਨਾ ਇਹੋ ਜਿਹੀ ਵਾਪਰੀ ਜਿਹੜੀ ਕਿ ਅੰਗਰੇਜ਼ਾਂ ਦੇ ਵਾਸਤੇ ਵੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ। ਤੇ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਇਹ ਜਿਹੜੀ ਘਟਨਾ ਹੈਗੀ ਹੈ 13 ਅਪ੍ਰੈਲ ਨੂੰ ਹੁੰਦੀ ਹੈ, ਵਿਸਾਖੀ ਦਾ ਦਿਨ ਹੈ। ਪਰ ਸਾਰੇ ਮਤਲਬ ਕਿ ਇਸ ਤਿਉਹਾਰ ਨੂੰ ਮਨਾਉਂਦੇ ਆ, ਅਲੱਗ-ਅਲੱਗ ਰੂਪਾਂ ਦੇ ਵਿੱਚ ਮਨਾਉਂਦੇ ਆ। ਬੜੇ ਵੱਡੇ ਪੱਧਰ ਤੇ ਪੰਜਾਬ ਵਿੱਚ ਵੀ ਮਨਾਇਆ ਜਾਂਦਾ ਤੇ ਹੋਰ ਜਿਹੜੇ ਆਪਣੇ ਭਾਰਤ ਦੇ ਵਿੱਚ ਵੀ ਇਸ ਨੂੰ, ਕਿਉਂਕਿ ਇਹ ਵਿਸਾਖੀ ਜਿਹੜੀ ਹੈਗੀ ਸਾਡੀ ਫਸਲ ਨਾਲ ਜੁੜਿਆ ਹੋਇਆ ਤਿਉਹਾਰ ਵੀ ਹੈਗਾ। ਤੇ ਨਾਲੇ ਹੌਲੀ ਹੌਲੀ ਇਹਦੇ ਵਿੱਚ ਧਾਰਮਿਕ ਜਿਹੜੇ ਪੱਖ ਨੇ, ਖਾਲਸੇ ਦੀ ਸਥਾਪਨਾ ਦੀ ਗੱਲ ਹੈਗੀ ਆ, ਉਹ ਵੀ ਜੁੜ ਜਾਂਦੇ ਹੈਗੇ ਨੇ। ਉਹ 13 ਅਪ੍ਰੈਲ ਵਾਲੇ ਦਿਨ ਇਹ ਵਾਪਰਦਾ ਹੈਗਾ। ਤੇ ਤੁਸੀਂ ਹਿਸਾਬ ਲਗਾਓ ਵੀ ਉਹ ਵਿਸਾਖੀ ਵਾਲਾ ਦਿਨ ਹੈਗਾ ਤੇ ਇਸ ਕਰਕੇ ਵੀ ਮਤਲਬ ਕਿ ਇਸ ਦੀ ਮਹੱਤਤਾ ਵੱਧ ਜਾਂਦੀ ਹੈਗੀ ਹੈ। ਤੇ ਜੇ ਆਪਾਂ ਇਹਦਾ ਹੋਰ ਮਤਲਬ ਕਿ ਪਿਛੋਕੜ 'ਚ ਜਾਣਾ ਹੋਵੇ ਤਾਂ ਉਹ ਸਮੇਂ ਮਤਲਬ ਕਿ ਜਿਹੜਾ ਸੀਗਾ ਸਾਡੇ ਦੇਸ਼ ਦੇ ਵਿੱਚ, ਆਪਾਂ ਕਹਿ ਸਕਦੇ ਹੈਗੇ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਹੈਗੀ ਹੈ ਤੇ ਅੰਗਰੇਜ਼ਾਂ ਨੇ ਮਤਲਬ ਕਿ ਖਾਸ ਤੌਰ ਤੇ ਪੰਜਾਬ ਤੋਂ ਜਿਹੜੇ ਆਪਣੇ ਵਿਸ਼ਵ ਯੁੱਧ ਦੇ ਵਿੱਚ, ਵਰਲਡ ਵਾਰ ਦੇ ਵਿੱਚ ਆਪਣੇ ਨੌਜਵਾਨਾਂ ਨੂੰ ਕਾਫੀ ਉਹਨਾਂ ਦੀ ਭਰਤੀ ਵੀ ਕੀਤਾ ਤੇ ਉਹਨਾਂ 'ਚ ਕਾਫੀ ਵੱਡਾ ਹਿੱਸਾ ਵੀ ਲਿੱਤਾ ਤੇ ਉਸ ਤੇ ਕੁਰਬਾਨੀਆਂ ਵੀ ਦਿੱਤੀਆਂ। ਤੇ ਸਗੋਂ ਮਤਲਬ ਕਿ ਪੰਜਾਬ ਦੇ ਲੋਕ ਇਹ ਸੋਚ ਰਹੇ ਸੀਗੇ ਵੀ ਅਸੀਂ ਮਤਲਬ ਕਿ ਨਾ ਹੁਣ ਇਹਦੇ 'ਚ ਕਾਫੀ ਵੱਡਾ ਹਿੱਸਾ ਲਿਆ ਹੈਗਾ, ਅੰਗਰੇਜ਼ਾਂ ਦੀ ਮਦਦ ਕੀਤੀ ਹੈਗੀ ਹੈ ਤੇ ਜਦੋਂ ਇਹ ਲੜਾਈ ਖਤਮ ਹੋਏਗੀ ਤਾਂ ਸ਼ਾਇਦ ਅੰਗਰੇਜ਼ ਜਿਹੜੇ ਨੇ ਸਾਨੂੰ ਮਤਲਬ ਕਿ ਤੋਹਫੇ ਦੇ ਵਿੱਚ ਆਜ਼ਾਦੀ ਦੇ ਦੇਣਗੇ। ਪਰ ਇਸ ਹੋਇਆ ਨਹੀਂ। ਸੋ ਹੋਇਆ ਕਿ ਨਤੀਜਾ, ਉਹਨਾਂ ਨੇ ਆ ਕੇ ਰੋਲਟ ਐਕਟ ਬਣਾਇਆ। ਉਹਨਾਂ ਨੇ ਪੰਜਾਬ ਦੀ ਜਿਹੜੀ ਹੈਗੀ ਹੈ ਸਥਿਤੀ ਦੇਖੀ ਪੰਜਾਬ ਦਾ, ਕਿਉਂਕਿ ਉਹਨਾਂ ਨੂੰ ਫਿਰ ਰਿਪੋਰਟ ਮਿਲੀ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦਿਨਾਂ ਦੇ ਵਿੱਚ 1907 ਦੇ ਵਿੱਚ ਪਗੜੀ ਸਮਾਜ ਜੱਟਾ ਜਿਹੜੀ ਹੈਗੀ ਹੈ ਲਹਿਰ ਉਹ ਚੱਲੀ ਸੀਗੀ। ਉਸ ਤੋਂ ਬਾਅਦ ਗਦਰ ਲਹਿਰ ਚੱਲੀ ਸੀਗੀ, ਜਿਸ 'ਚ ਮਤਲਬ ਕਿ ਸਾਡੇ ਜਿਹੜੇ ਅਮਰੀਕਾ ਤੋਂ, ਕੈਨੇਡਾ ਤੋਂ ਜਿਹੜੇ ਸਾਡੇ ਭਾਰਤ ਵਾਸੀ ਸੀਗੇ ਉੱਥੇ ਰਹਿੰਦੇ ਸੀਗੇ, ਉਹ ਉਹਨਾਂ ਨੂੰ ਛੱਡ ਕੇ ਤੇ ਇੱਥੇ ਆ ਰਹੇ ਸੀਗੇ ਮਤਲਬ ਕਿ ਆਜ਼ਾਦੀ ਦੇ ਵਾਸਤੇ। ਤੇ ਉਹ ਗਦਰ ਲਹਿਰ ਜਿਹੜੀ ਸੀ ਜਿਸ ਦੇ ਵਿੱਚ ਕਰਤਾਰ ਸਿੰਘ ਸਰਾਭਾ ਹੈਗਾ ਤੇ ਹੋਰ ਗਦਰ ਲਹਿਰ ਦੇ ਬੜੇ ਵੱਡੇ ਆਗੂ ਸੀਗੇ, ਉਹ ਇੱਥੇ ਪਹੁੰਚੇ ਸੀਗੇ। ਤੇ ਉਹਨਾਂ ਨੇ ਮਤਲਬ ਰਾਜ ਨੂੰ ਪਲਟਾ ਕਰਨ ਦੀ ਸੋਚੀ ਸੀਗੀ ਵੀ ਉਹਨਾਂ ਨੇ ਦੇਖਿਆ ਕਿ ਵਿਸ਼ਵ ਯੁੱਧ ਦੇ ਵਿੱਚ ਬ੍ਰਿਟਿਸ਼ ਜਿਹੜੇ ਨੇ ਉਹ ਰੁੱਝੇ ਹੋਏ ਨੇ, ਉਹਨਾਂ ਦਾ ਧਿਆਨ ਉੱਧਰ ਹੈ, ਤਾਂ ਆਪਾਂ ਇਸ ਮੌਕੇ ਨੂੰ ਸੰਭਾਲੀਏ ਤੇ ਆਪਾਂ ਮਤਲਬ ਕਿ ਜਿਹੜਾ ਹੈ ਇਹ ਅੰਗਰੇਜ਼ਾਂ ਤੋਂ ਮਤਲਬ ਕਿ ਆਜ਼ਾਦੀ ਦਾ ਜਿਹੜੀ ਮੂਵਮੈਂਟ ਹੈ ਉਹਨੂੰ ਤੇਜ਼ ਕਰੀਏ। ਉਹਨਾਂ ਨੂੰ ਜੋ ਰਿਪੋਰਟ ਮਿਲੀ, ਉਹਨਾਂ ਨੇ ਦੇਖਿਆ ਵੀ ਇਹ ਤਾਂ ਸਗੋਂ ਮਤਲਬ ਕਿ ਜਿਹੜਾ ਹੈਗਾ ਸਾਡੇ ਮਤਲਬ ਕਿ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਲੰਮੇ ਸਮੇਂ 'ਚ ਕਹਿ ਲਓ 1907 ਤੋਂ ਮੈਂ ਜਿਹੜੀ ਗੱਲ ਕੀਤੀ ਹੈ ਸ਼ੁਰੂ ਹੋ ਕੇ, ਤੇ ਵੀ ਇਹ ਇੱਥੇ ਦਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਲੋਕ ਨੇ ਇਹ ਅੱਗੇ ਵੱਧ ਕੇ ਮਤਲਬ ਕਿ ਇਹੋ ਜਿਹੀਆਂ ਗਤੀਵਿਧੀਆਂ ਕਰ ਰਹੇ ਨੇ। ਤਾਂ ਉਹਨਾਂ ਨੇ ਆ ਕੇ ਰੋਲਟ ਐਕਟ ਬਣਾਇਆ। ਤਾਂ ਰੋਲਟ ਐਕਟ ਵਿੱਚ ਕੀ ਸੀਗਾ, ਉਹਨੂੰ ਸਿੰਪਲ ਤੌਰ ਤੇ ਸਮਝਾਉਣਾ ਹੋਵੇ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਕੋਈ ਦਲੀਲ ਨਹੀਂ, ਕੋਈ ਵਕੀਲ ਨਹੀਂ, ਕੋਈ ਅਪੀਲ ਨਹੀਂ, ਨਾ ਅਪੀਲ, ਨਾ ਦਲੀਲ, ਨਾ ਵਕੀਲ। ਇਸ ਤਰ੍ਹਾਂ ਦਾ ਉਹ ਕਾਨੂੰਨ ਸੀਗਾ ਜਿਹੜਾ ਉਹਨਾਂ ਨੇ ਉਸ ਵਕਤ ਬਣਾਇਆ। ਤੇ ਉਸ ਕਾਨੂੰਨ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮਚ ਗਈ ਕਿ ਸਾਰੇ ਲੋਕ ਇਕੱਠੇ ਹੋ ਗਏ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਤੱਕ ਨੇ ਇਸ ਕਾਨੂੰਨ ਦੇ ਵਿੱਚ, ਵਿਰੋਧ ਦੇ ਵਿੱਚ ਮਤਲਬ ਕਿ ਹਿੱਸਾ ਲਿਆ ਤੇ ਕਾਲ ਦਿੱਤੀ ਸਾਰੇ ਇੰਡੀਆ ਦੇ ਵਿੱਚ ਕਿ ਆਪਾਂ ਇਸ ਕਾਨੂੰਨ ਨੂੰ ਮਤਲਬ ਕਿ ਹੋਂਦ ਵਿੱਚ ਨਹੀਂ ਆਉਣ ਦੇਣਾ। ਤੇ ਫਿਰ ਘਟਨਾਕ੍ਰਮ ਸ਼ੁਰੂ ਹੁੰਦਾ ਹੈਗਾ
ਵੀ 30 ਆਪਣੇ ਮਤਲਬ ਕਿ ਆਪਾਂ ਕਹਿੰਦੇ 30 ਮਾਰਚ ਨੂੰ ਮਹਾਤਮਾ ਗਾਂਧੀ ਨੇ ਕਾਲ ਦਿੱਤੀ ਕਿ ਆਪਾਂ ਮਤਲਬ ਕਿ ਇਹ ਜਿਹੜਾ ਵਿਰੋਧ ਕਰਨਾ ਹੈਗਾ, ਇੱਕ ਵਿਰੋਧ ਦਿਵਸ ਮਨਾਉਣਾ ਹੈਗਾ ਰੋਲ ਟੈਕਸ ਦੇ ਵਾਸਤੇ। ਤਾਂ ਉਹ 30 ਮਾਰਚ ਨੂੰ ਇਹ ਹੋ ਰਿਹਾ ਸੀਗਾ। ਤਾਂ ਪੰਜਾਬ ਪਹਿਲਾਂ ਹੀ ਦੱਸਿਆ ਕਿ ਥੋੜੀ ਜਿਹੀ ਧਰਤੀ ਪਹਿਲਾਂ ਹੀ ਤਿਆਰ ਸੀਗੀ ਪੰਜਾਬ ਦੀ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ 1907 ਵਿੱਚ ਇੱਥੇ ਪਗੜੀ ਸੰਭਾਲ ਜੱਟਾਂ ਦੀ ਲਹਿਰ ਚੱਲ ਰਹੀ ਸੀ, ਐਕਟਿਵ ਲੋਕ ਇੱਥੇ ਕਾਫੀ ਸੀਗੇ। ਤਾਂ ਅੰਮ੍ਰਿਤਸਰ ਉਹਨਾਂ ਵਿੱਚੋਂ ਖਾਸ ਤੌਰ ਤੇ ਅੰਮ੍ਰਿਤਸਰ, ਪਰ ਲਾਹੌਰ ਵੀ ਕਹਿ ਸਕਦੇ ਕਿ ਅੰਮ੍ਰਿਤਸਰ ਲਾਹੌਰ ਉਸ ਸਮੇਂ ਦੇ ਸਭ ਤੋਂ ਵੱਡੇ, ਕਿਉਂਕਿ 1907 ਦੇ ਵਿੱਚ ਜਿਹੜੀ ਸਰਦਾਰ ਅਜੀਤ ਸਿੰਘ ਭਗਤ ਸਿੰਘ ਦੇ ਚਾਚੇ ਨੇ ਇਹ ਲਹਿਰ ਚਲਾਈ ਸੀਗੀ, ਉਹ ਲਾਹੌਰ ਸੀਗੇ, ਉਹ ਲਾਹੌਰ ਬੇਸ ਸੀਗੇ। ਤਾਂ ਉਹਨਾਂ ਨੇ ਉਹ ਲਹਿਰ ਚਲਾਈ ਸੀਗੀ। ਅੰਮ੍ਰਿਤਸਰ ਜਦੋਂ ਵੀ ਹੁੰਦੀ ਸੀ ਆਪਾਂ ਕਹਿ ਸਕਦੇ ਹਾਂ ਕਿ ਜੇ ਵੰਡ ਨਾ ਹੁੰਦੀ ਤਾਂ ਅੰਮ੍ਰਿਤਸਰ ਤੇ ਲਾਹੌਰ ਟਵਿਨ ਸਿਟੀ ਹੋਣੇ ਸੀਗੇ। ਤਾਂ ਮਤਲਬ ਕਿ ਉਦੋਂ ਮਤਲਬ ਕਿ 30 ਅਪ੍ਰੈਲ ਨੂੰ ਮਤਲਬ ਕਿ 30 ਮਾਰਚ ਨੂੰ ਇਹ ਡਿਸਾਈਡ ਕੀਤਾ ਗਿਆ ਕਿ ਇਹਦਾ ਵਿਰੋਧ ਦਿਵਸ ਮਨਾਉਣਾ ਹੈ। ਤੇ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੀ ਸੀਗੀ ਤੇ ਇੱਥੇ ਦੋ ਜਿਹੜੇ ਖਾਸ ਡਾਕਟਰ ਕਿਚਲੂ ਤੇ ਸਤਿਆਪਾਲ, ਇਹਨਾਂ ਨੇ ਉਸ ਮੂਵਮੈਂਟ ਨੂੰ ਅਗਵਾਈ ਕੀਤੀ ਤੇ ਉਹ ਅੱਗੇ ਲੱਗ ਕੇ ਉਹਨਾਂ ਨੇ ਮਤਲਬ ਕਿ ਇੱਕ ਇਹਦਾ ਵਿਰੋਧ ਦਿਵਸ ਮਨਾਇਆ। ਉਹ ਵਿਰੋਧ ਦਿਵਸ ਦੇ ਵਿੱਚ ਖਾਸ ਤੌਰ ਤੇ ਜਿਵੇਂ ਕਿਚਲੂ ਹੈ, ਸਤਿਆਪਾਲ ਹੈਗੇ ਤੇ ਹੋਰ, ਕਿਉਂਕਿ ਇੱਥੇ ਕਿਉਂਕਿ ਮੈਂ ਦੱਸ ਰਿਹਾ ਜਿਵੇਂ ਲਾਹੌਰ ਤੇ ਅੰਮ੍ਰਿਤਸਰ ਦੀ ਗੱਲ ਹੈ ਤਾਂ ਇਕੁਅਲ ਅੰਮ੍ਰਿਤਸਰ ਦੇ ਵਿੱਚ ਤੇ ਇਹਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀ ਬਰਾਬਰ ਦੀ ਆਬਾਦੀ ਸੀਗੀ। ਤਾਂ ਅੰਗਰੇਜ਼ਾਂ ਨੇ ਚਾਲ ਚੱਲੀ ਕਿ ਅਸੀਂ ਜਿਹੜੇ ਹੈਗੇ ਨੇ ਇਹ ਹਿੰਦੂ ਤੇ ਮੁਸਲਮਾਨ ਇਹਨਾਂ ਨੂੰ ਇਕੱਠੇ ਨਾ ਹੋਣ ਦੇਈਏ। ਤਾਂ ਉਹਨਾਂ ਨੇ ਮਤਲਬ ਕਿ ਉਸ ਸਮੇਂ ਮਤਲਬ ਕਿ ਉਹਨਾਂ ਦੀ ਆਪੇ ਵੰਡੋ ਦੇ ਰਾਜ ਕਰੋ ਵਾਲੀ ਰੀਤੀ ਦੇ ਵਿੱਚ ਉਹਨਾਂ ਨੇ ਪਾਣੀ ਦੇ ਘੜੇ ਰੱਖੇ, ਹਿੰਦੂ ਪਾਣੀ ਤੇ ਮੁਸਲਮਾਨ ਪਾਣੀ, ਇਹ ਇਸ ਤਰ੍ਹਾਂ ਦਾ ਉਹਨਾਂ ਨੇ ਖੇਡ ਖੇਡੀ। ਉਸ ਜਦੋਂ ਮਤਲਬ ਕਿ ਵਿਰੋਧ ਕਰ ਰਹੇ ਸੀਗੇ ਤੇ ਉਹਨਾਂ ਨੇ ਪਾਣੀ ਦੇ ਘੜੇ ਰੱਖੇ ਤਾਂ ਕਿ ਉਹ ਇਸ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਹੋਵੇ, ਆਪਸ ਦੇ ਵਿੱਚ ਇਹ ਟਕਰਾਣ। ਪਰ ਜਿਹੜੇ ਸੀਗੇ ਸਾਡੇ ਇੱਥੇ ਲੋਕ ਜਿਵੇਂ ਸਿਆਣਪ ਦਾ ਸਬੂਤ ਦਿੰਦੇ ਰਹੇ ਨੇ, ਲਹਿਰਾਂ ਦੇ ਵਿੱਚ ਖਾਸ ਤੌਰ ਤੇ ਮਤਲਬ ਕਿ ਸਿਆਣਪ ਦਾ ਸਬੂਤ ਦਿੰਦੇ ਰਹੇ ਨੇ, ਤਾਂ ਉਹਨਾਂ ਨੇ ਉਸ ਨੂੰ ਸਗੋਂ ਮਤਲਬ ਕਿ ਜਿਹੜਾ ਹੈਗਾ ਵਿਰੋਧ ਵਿੱਚ ਆਪਣਾ ਵੱਡਾ ਹਿੱਸਾ ਲਿਆ ਵੀ ਇਹ ਸਰਕਾਰ ਗਲਤ ਕੰਮ ਕਰ ਰਹੀ ਹੈਗੀ ਹੈ। ਤੇ ਸਭ ਤੋਂ ਅਗੇਂਸਟ ਜਿਹੜਾ ਹੁੰਦਾ ਹੈਗਾ ਉਹ ਮਤਲਬ ਕਿ 9 ਮਤਲਬ ਕਿ ਅਪ੍ਰੈਲ ਦਾ ਹੈਗਾ। 9 ਅਪ੍ਰੈਲ ਵਾਲੇ ਦਿਨ 1919 ਦੇ ਵਿੱਚ ਵੀ 9 ਅਪ੍ਰੈਲ ਵਾਲੇ ਦਿਨ ਮਤਲਬ ਵਿਸਾਖੀ ਸੀਗੀ, ਰਾਮਨੌਮੀ। ਰਾਮਨੌਮੀ ਦਾ ਤਿਉਹਾਰ ਸੀਗਾ ਤੇ ਰਾਮਨੌਮੀ ਦਾ ਤਿਉਹਾਰ ਹਿੰਦੂਆਂ ਤੇ ਮੁਸਲਮਾਨਾਂ ਨੇ ਇਕੱਠੇ ਰਲ ਕੇ ਮਨਾਇਆ। ਉਹਦੀ ਖੂਬਸੂਰਤੀ ਇਹ ਸੀਗੀ ਕਿ ਡਾਕਟਰ ਬਸ਼ੀਰ ਜਿਹੜੇ ਸੀਗੇ ਇੱਕ ਮੁਸਲਮਾਨ ਆਗੂ ਸੀਗੇ, ਉਹਨਾਂ ਨੇ ਅੱਗੇ ਲੱਗ ਕੇ ਪਿੱਛੇ ਜਿਹੜੇ ਰਾਮਨੌਮੀ ਦੇ ਜਿਹੜੇ ਸਾਡੇ ਹਿੰਦੂ ਭਰਾ ਸੀਗੇ ਉਹਨਾਂ ਦੀ ਅਗਵਾਈ ਕੀਤੀ ਤੇ ਫਿਰ ਮਤਲਬ ਕਿ ਵਿੱਚੇ ਵਿੱਚੇ ਮੁਸਲਮਾਨਾਂ ਦੀਆਂ ਟੁਕੜੀਆਂ ਵਿੱਚੇ ਹਿੰਦੂਆਂ ਦੀਆਂ ਟੁਕੜੀਆਂ ਆਪਸ ਵਿੱਚ ਇਕੱਠੇ ਜਾ ਰਹੇ ਸੀਗੇ, ਇੱਕ ਦੂਜੇ ਨੂੰ ਮਤਲਬ ਕਿ ਗਲਵਕੜੀ ਵਿੱਚ ਲੈ ਰਹੇ ਸੀਗੇ, ਇੱਕੋ ਘੜੇ ਚੋਂ ਪਾਣੀ ਪੀ ਰਹੇ ਸੀਗੇ। ਤਾਂ ਉਹ ਇੱਕ ਦ੍ਰਿਸ਼ ਜਿਹੜਾ ਰਾਮਨੌਮੀ ਵਾਲਾ ਉਹ ਮਤਲਬ ਕਿ ਉਤਸ਼ਾਹਜਨਕ ਸੀਗਾ ਆਪਣੇ ਭਾਰਤੀ ਲੋਕਾਂ ਵਾਸਤੇ, ਪਰ ਅੰਗਰੇਜ਼ਾਂ ਵਾਸਤੇ ਇਹ ਸਭ ਤੋਂ ਖਤਰਨਾਕ ਦ੍ਰਿਸ਼ ਸੀਗਾ। ਤੇ ਉਹਨਾਂ ਨੇ ਕੀ ਕੀਤਾ ਕਿ ਸਤਪਾਲ ਤੇ ਡਾਕਟਰ ਕਿਚਲੂ ਨੂੰ ਮਤਲਬ ਕਿ ਨਾ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਮਤਲਬ ਕਿ ਉਹ ਫੜ ਕੇ ਲੈ ਗਏ। ਇਸ ਨੂੰ ਦੇਖ ਕੇ ਹੋਰ ਰੋਸ਼ ਵੱਧ ਗਿਆ ਤੇ ਫਿਰ ਇਸ ਤਰੀਕੇ ਦਾ ਫਿਰ ਘਟਨਾਕ੍ਰਮ ਚੱਲਦਾ ਹੈ। 10 ਤਰੀਕ ਨੂੰ 10 ਅਪ੍ਰੈਲ ਨੂੰ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਆਗੂਆਂ ਨੂੰ ਛੁਡਾਉਣ ਦੇ ਵਾਸਤੇ ਮਤਲਬ ਕਿ ਰੈਲੀ ਕੀਤੀ, ਮੁਜ਼ਾਹਰਾ ਕੀਤਾ। ਜਿਹੜਾ ਇੱਥੋਂ ਦਾ ਕਮਿਸ਼ਨਰ ਸੀਗਾ ਉਹਦੇ ਘਰੇ ਉਹਨਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਰਸਤੇ 'ਚ ਉਹਨਾਂ ਨੂੰ ਰੋਕ ਲਿਆ ਗਿਆ ਤੇ ਉਹਨਾਂ ਦੀ ਗੋਲੀ ਚਲਾਈ ਗਈ। ਤੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਭੰਡਾਰੀ ਪੁਲ ਹੈ ਉਸ ਤੋਂ ਟੱਪ ਕੇ ਥੋੜਾ ਜਿਹਾ ਅੱਗੇ ਗਏ ਸੀ, ਉੱਥੇ ਹੀ ਗੋਲੀ ਚੱਲੀ ਤੇ 22 ਲੋਕ ਉਸ ਦਿਨ ਮਾਰੇ ਗਏ ਉਹਨਾਂ ਦੀ ਗੋਲੀ ਦੇ ਨਾਲ। ਉਹਦੇ ਨਾਲ ਹੋਰ ਭੜਕਾ ਹੋ ਗਿਆ ਤੇ ਫਿਰ ਇਸ ਤੋਂ ਬਾਅਦ ਜਦੋਂ ਇਹ ਹੋ ਗਿਆ ਤਾਂ ਫਿਰ ਜਿਹੜਾ ਉਸ ਵਕਤ ਗਵਰਨਰ ਸੀਗਾ ਜਨਰਲ ਅਡਵਾਇਰ ਗਵਰਨਰ ਸੀਗਾ, ਉਹਨੇ ਸਾਰੀ ਕਮਾਂਡ ਜਿਹੜੀ ਸੀਗੀ ਜਨਰਲ ਡਾਇਰ ਨੂੰ ਦੇ ਦਿੱਤੀ ਵੀ ਤੂੰ ਹੁਣ ਇਹਦੀ ਜਿਹੜੀ ਹੈਗੀ ਹੈ ਲਾ ਐਂਡ ਆਰਡਰ ਤੂੰ ਸੰਭਾਲ। ਉਹਨੇ ਕਰਿਆ ਤੇ ਉਹਨੇ ਫਿਰ ਮਤਲਬ ਕਿ ਸ਼ਹਿਰ ਵਿੱਚ ਆਪਣਾ ਐਲਾਨ ਕਰਤਾ, ਕਿਉਂਕਿ ਫੌਜੀ ਸੀਗਾ ਤੇ ਉਹਨੇ ਆਪਣੇ ਫੌਜੀ ਤਰੀਕੇ ਦੇ ਨਾਲ ਸ਼ਹਿਰ ਵਿੱਚ ਐਲਾਨ ਕਰਤਾ, ਕਰਫਿਊ ਲਾਤਾ। ਤੇ ਪਰ ਲੋਕੀ ਜਿਹੜੇ ਸੀਗੇ ਉਹ ਆਪਣੇ ਆਗੂਆਂ ਦੇ ਨੂੰ ਮਤਲਬ ਕਿ ਗ੍ਰਿਫਤਾਰੀ ਨੂੰ ਲੈ ਕੇ ਤੇ ਉਹ ਰੋਲ ਐਕਟ ਨੂੰ ਲੈ ਕੇ ਉਹ ਬੜੇ ਪਰੇਸ਼ਾਨ ਤੇ ਉਹ ਸੀਗੇ। ਉਹਨਾਂ ਨੇ ਆਪਣੇ ਤਰਫੋਂ ਗਲੀ ਜਾ ਕੇ ਆਪਣੇ ਤਰਫੋਂ ਆਪਣੀ ਮੁਨਾਦੀ ਕੀਤੀ ਵੀ ਆਪਾਂ ਇਕੱਠੇ ਹੋਣਾ ਹੈ। ਉਹਨਾਂ ਨੇ ਦਿਨ ਚੁਣਿਆ 13 ਅਪ੍ਰੈਲ ਦਾ, ਦੱਸਿਆ ਵਿਸਾਖੀ ਵਾਲਾ ਦਿਨ, ਤਾਂ ਕਿ ਅਸੀਂ ਮਤਲਬ ਕਿ ਉਸ ਦਿਨ ਕਿਉਂਕਿ ਜਿਹੜਾ ਜਲਿਆਂਵਾਲਾ ਬਾਗ ਹੈਗਾ ਉਹ ਆਪਣਾ ਦਰਬਾਰ ਸਾਹਿਬ ਦੇ ਲਾਗੇ ਹੈਗਾ, ਉਹ ਇੱਕ ਛੋਟਾ ਜਿਹਾ ਬਾਗ ਸੀਗਾ ਜਿਹਦੇ ਵਿੱਚ 10-15 ਹਜ਼ਾਰ ਲੋਕ ਬਹਿ ਸਕਦੇ ਸੀਗੇ। ਤੇ ਉਹਨਾਂ ਨੇ ਫਿਰ ਕਿਉਂਕਿ ਅੰਮ੍ਰਿਤਸਰ ਦੇ ਜਿਹੜਾ ਦੇਖਿਆ ਹੈਗਾ ਉਹਨਾਂ ਦੀ ਬੜੀਆਂ ਭੀੜੀਆਂ ਗਲੀਆਂ ਨੇ ਤੇ ਉਹਨਾਂ ਦੇ ਵਿੱਚੋਂ ਦੀ ਲੋਕੀ ਤੁਰ ਕੇ ਆਰਾਮ ਨਾਲ 2-4 ਹੋ ਕੇ ਜੱਥੇ ਵਿੱਚ ਉੱਥੇ ਪਹੁੰਚੇ ਤੇ ਉੱਥੇ ਉਹ ਇਕੱਠ ਕਰਕੇ ਤੇ ਉਹਨਾਂ ਨੇ 13 ਅਪ੍ਰੈਲ ਨੂੰ ਇਹ ਕੀਤਾ। ਤੇ ਜਨਰਲ ਡਾਇਰ ਨੂੰ ਪਤਾ ਲੱਗ ਗਿਆ ਵੀ ਇਹ ਮੇਰੇ ਕਰਫਿਊ ਦੇ ਲਗਾਉਣ ਦੇ ਬਾਵਜੂਦ, ਮੇਰੀਆਂ ਸਾਰੀਆਂ ਹਦਾਇਤਾਂ ਦੇ ਬਾਵਜੂਦ ਉੱਥੇ ਲੋਕ ਇਕੱਠੇ ਹੋ ਰਹੇ ਨੇ। ਉਹ ਸੀਗਾ ਅੰਗਰੇਜ਼ ਦਿਮਾਗ ਸੀਗਾ, ਦੂਜਾ ਉਸ ਦੇ ਵਿੱਚ ਜਿਹੜਾ ਫੌਜੀ ਦਿਮਾਗ ਸੀਗਾ,
ਉਹਨੇ ਸੋਚਿਆ ਕਿ ਮੇਰੀ ਉਲੰਘਣਾ ਹੋਈ ਹੈਗੀ ਹੈ, ਤੇ ਉਹਨੇ ਕਿਹਾ ਮੈਂ ਇਹਨਾਂ ਨੂੰ ਸਬਕ ਸਿਖਾਉਣਾ ਹੈਗਾ। ਉਹਦੇ ਸ਼ਬਦ ਨੇ ਕਿ ਮੈਂ ਸਬਕ ਸਿਖਾਉਣਾ ਚਾਹੁੰਦਾ ਸੀਗਾ, ਤੇ ਉੱਥੇ ਗਿਆ ਤੇ ਉਹਨੇ ਬਗੈਰ ਕਿਸੇ ਚੇਤਾਵਨੀ ਤੋਂ ਸ਼ਾਂਤਮਈ ਬੈਠੇ ਆਪਣੀਆਂ ਗੱਲਾਂ ਕਰ ਰਹੇ, ਰੋਲ ਐਕਟ ਬਾਰੇ ਡਿਸਕਸ ਕਰ ਰਹੇ, ਆਪਣੇ ਜਿਹੜੇ ਹੈਗੇ ਨੇ ਆਗੂਆਂ ਬਾਰੇ ਮਤਲਬ ਕਿ ਉੱਥੇ ਗੱਲ ਕਰ ਰਹੇ ਸੀਗੇ। ਤਾਂ ਉਹਨਾਂ ਨੇ ਮਤਲਬ ਕਿ ਉੱਥੇ ਉਸ ਜਲੂਸ ਦੇ ਵਿੱਚ, ਉਸ ਜਲਸੇ ਦੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਈਆਂ। ਤੇ ਉੱਥੇ ਇੱਕ ਛੋਟਾ ਜਿਹਾ ਇੱਕ ਰਸਤਾ ਸੀਗਾ, ਇੱਕ ਬੀੜੀ ਜੀ ਗਲੀ ਆਪਾਂ ਕਹਿ ਸਕਦੇ ਹਾਂ। ਜੇ ਆਪਾਂ ਕਹੀਏ ਕਿ ਦੋ ਬੰਦੇ ਵੀ ਜੇ ਇਕੱਠੇ ਤੁਰਨ ਤਾਂ ਉਹ ਮੋਢੇ ਨਾਲ ਮੋਢਾ ਟਕਰਾ ਕੇ ਟੱਪਦੇ ਸੀਗੇ। ਉਹ ਇੰਨੀ ਕੁ ਥਾਂ ਸੀ ਜਾਣ ਵਾਲੀ, ਹੋਰ ਕੋਈ ਰਸਤਾ ਨਹੀਂ ਸੀਗਾ। ਉਹਨੇ ਉਹਨੂੰ ਜੀ। ਬੰਦ ਕਰ ਦਿੱਤਾ। ਨੈਚੁਰਲੀ ਜਦੋਂ ਉਹਨੇ ਗੋਲੀਆਂ ਚਲਾਈਆਂ ਤਾਂ ਲੋਕਾਂ ਦੇ ਬਾਹਰ ਨਿਕਲਣ ਵਾਸਤੇ ਕੋਈ ਥਾਂ ਨਹੀਂ ਸੀ। ਜਿਹੜੀ ਜਾਨ ਤੇ ਆਉਣ ਦੀ ਕੋਈ ਥਾਂ ਸੀਗੀ, ਉਹ ਥਾਂ ਜਿਹੜੀ ਸੀਗੀ ਉਹਨੇ ਜਨਰਲ ਡਾਇਰ ਨੇ ਰੋਕੀ ਹੋਈ ਸੀਗੀ, ਉਹਦੇ ਫੌਜੀ ਦਸਤੇ ਨੇ ਰੋਕੀ ਹੋਈ ਸੀ, ਜਿਹੜੇ ਗੋਲੀਆਂ ਚਲਾ ਰਹੇ ਸੀ ਅੱਗੇ ਹੋ ਕੇ। ਤਾਂ ਇਹ ਮਤਲਬ ਕਿ ਇੱਕ ਦ੍ਰਿਸ਼ ਸੀਗਾ ਜਿਹੜਾ ਕਿ ਅਲਟੀਮੇਟਲੀ ਵਾਪਰਿਆ ਰੋਲ ਐਕਟ ਨੂੰ ਲੈ ਕੇ। ਤੇ ਰੋਲ ਐਕਟ ਤੋਂ ਬਾਅਦ ਜਿਹੜੀ ਘਟਨਾਕ੍ਰਮ ਹੈਗਾ, ਮੈਂ ਤੁਹਾਨੂੰ ਦੱਸਿਆ ਵੀ 9-10 ਰਾਮਨੌਮੀ ਵਾਲੇ ਦਿਨ 30 ਮਾਰਚ ਤੋਂ ਇਹ ਸ਼ੁਰੂ ਹੋਇਆ ਤੇ ਅਲਟੀਮੇਟਲੀ 13 ਅਪ੍ਰੈਲ ਤੱਕ ਕੇਸ ਕੀਤਾ ਗਿਆ। ਤੇ ਇਹ ਇੱਕ ਜਿਹੜਾ ਘਟਨਾਕ੍ਰਮ ਹੈਗਾ, ਇਸ ਪਿਛੋਕੜ ਨੂੰ ਸਮਝਣ ਦੀ ਲੋੜ ਹੈਗੀ ਹੈ। ਇਸ ਲਈ ਫਿਰ ਮਤਲਬ ਕਿ ਆਜ਼ਾਦੀ ਦੀ ਲੜਾਈ ਵਿੱਚ ਇਸ ਤਰੀਕੇ ਨਾਲ ਮੈਂ ਕਿਹਾ ਕਿ ਜਿਹੜਾ ਸ਼ੁਰੂ 'ਚ ਕਿਹਾ ਸੀ, ਇੱਕ ਮੋੜਵਾਂ ਮਤਲਬ ਕਿ ਮੁਕਾਮ ਲੈਂਦਾ, ਜਿਹਦੇ ਤੁਸੀਂ ਦੇਖ ਲਓ ਕਿ ਮਹਾਤਮਾ ਗਾਂਧੀ ਤੱਕ ਕਿ ਸਾਡੇ ਜਿਹੜੇ ਰਵਿੰਦਰਨਾਥ ਟੈਗੋਰ ਨੇ, ਉਹਨਾਂ ਨੇ ਵੀ ਆਪਣੀ ਜਿਹੜੀ ਸਰ ਦੀ ਉਪਾਧੀ ਸੀਗੀ ਉਹਨੂੰ ਵਾਪਸ ਕਰਨ ਦਾ ਮਤਲਬ ਕੀਤਾ। ਇਹ ਪੂਰੀ ਦੁਨੀਆ ਦੇ ਵਿੱਚ ਇਸ ਘਟਨਾਕ੍ਰਮ ਨੇ ਕਾਫੀ ਵੱਡਾ ਸ਼ੋਰ ਮਚਾਇਆ, ਤੇ ਜਿਹੜੇ ਅੰਗਰੇਜ਼ਾਂ ਦੇ ਵਾਸਤੇ ਬਾਅਦ ਵਿੱਚ ਕਹਿ ਲਓ ਵੀ ਇੱਕ ਸਿਰ ਦਰਦ ਬਣਿਆ ਵੀ ਇਹ ਅਸੀਂ ਕਰ ਕੀ ਬੈਠੇ। ਭਾਵੇਂ ਉਹਨਾਂ ਨੇ ਜਨਰਲ ਅਡਵਾਇਰ ਨੂੰ ਮਤਲਬ ਕਿ ਪੇਸ਼ੀ ਕੀਤੀ ਹੁੰਦੀ, ਉਹਨਾਂ ਨਾਲ ਗੱਲਬਾਤ ਕੀਤੀ ਵੀ ਤੂੰ ਇਹ ਕੀ ਕੀਤਾ, ਤੂੰ ਲੋਕਾਂ ਨੂੰ ਇਹ ਵੀ ਨਹੀਂ ਕਿਹਾ ਕਿ ਤੁਸੀਂ ਵੀ ਮੈਂ ਗੋਲੀ ਚਲਾ ਦੂੰਗਾ, ਤੁਸੀਂ ਭੱਜ ਜਾਓ ਜਾਂ ਮਤਲਬ ਤਿੱਤਰ ਬਿੱਤਰ ਹੋ ਜਾਓ। ਉਹਨੇ ਕੋਈ ਚੇਤਾਵਨੀ ਨਹੀਂ ਦਿੱਤੀ, ਸਗੋਂ ਉਹਨੇ ਜਵਾਬ ਦਿੱਤਾ ਵੀ ਮੈਂ ਇਸ ਕਰਕੇ ਚੇਤਾਵਨੀ ਨਹੀਂ ਦਿੱਤੀ ਕਿਉਂਕਿ ਮੈਂ ਪਹਿਲਾਂ ਅਨਾਉਂਸ ਕਰ ਚੁੱਕਾ ਸੀਗਾ, ਇਹਨਾਂ ਦਾ ਮੇਰੀ ਪਹਿਲਾਂ ਹੀ ਉਲੰਘਣਾ ਕੀਤੀ ਸੀਗੀ ਤੇ ਮੈਂ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀਗਾ ਤਾਂ ਕਿ ਇਹੋ ਜਿਹਾ ਵਾਕਿਆ ਫਿਰ ਕਦੀ ਨਾ ਵਾਪਰੇ। ਤਾਂ ਉਸ ਨੂੰ ਪਰ ਫਿਰ ਵੀ ਉਹਨਾਂ ਨੇ ਬਰੀ ਕਰ ਦਿੱਤਾ ਗਿਆ। ਤਾਂ ਮਤਲਬ ਕਿ ਕਿਉਂਕਿ ਨੈਚੁਰਲੀ ਉਹਨਾਂ ਦੇ ਹੱਕ ਵਿੱਚ ਜਾਣ ਵਾਲਾ ਵਾਕਿਆ ਸੀਗਾ, ਤੇ ਇਸ ਕਰਕੇ ਅੰਗਰੇਜ਼ਾਂ ਨੇ ਜਨਰਲ ਡਾਇਰ ਦੇ ਉੱਤੇ ਵੀ ਕੋਈ ਉਸ ਤੋਂ ਮੁਕੱਦਮਾ ਨਹੀਂ ਚਲਾਇਆ, ਉਹਨੂੰ ਕੋਈ ਸਜ਼ਾ ਸੁਜਾ ਉਸ ਤਰ੍ਹਾਂ ਦੀ ਨਹੀਂ ਦਿੱਤੀ। ਤਾਂ ਇਹ ਇੱਕ ਘਟਨਾਕ੍ਰਮ ਹੈਗਾ ਜਿਹੜਾ ਸਾਨੂੰ ਮਤਲਬ ਕਿ ਚੇਤੇ ਰੱਖਣਾ ਚਾਹੀਦਾ ਹੈ, ਜਿਸ ਨੇ ਸਾਡੀ ਆਜ਼ਾਦੀ, ਦੇਸ਼ ਦੀ ਆਜ਼ਾਦੀ ਦੇ ਵਾਸਤੇ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ। ਦੂਸਰੀ ਜਿਹੜੀ ਗੱਲ ਮੈਂ ਇਸ ਵਿੱਚ ਉਭਾਰਨ ਵਾਲੀ ਹੈਗੀ ਉਹ ਹੈਗੀ ਹੈ ਸਾਡੀ ਏਕਤਾ, ਜਿਹੜੀ ਮੈਂ ਤੁਹਾਨੂੰ ਦੱਸੀ ਵੀ ਰਾਮਨੌਮੀ ਵਾਲੇ ਦਿਨ ਵੀ ਨਜ਼ਰ ਆਈ, ਪਹਿਲਾਂ ਵੀ ਨਜ਼ਰ ਆਈ। ਤੇ ਸਾਡੇ ਹਿੰਦੂ ਮੁਸਲਮਾਨ ਭਰਾਵਾਂ ਨੇ ਆਪਸ ਵਿੱਚ ਰਲ ਕੇ ਅੱਗੇ ਪਿੱਛੇ ਲੱਗ ਕੇ ਇੱਕ ਦੂਜੇ ਨੂੰ ਸਹਾਰਾ ਦੇ ਕੇ, ਇੱਕ ਦੂਜੇ ਨਾਲ ਗਲਵਕੜੀਆਂ ਪਾ ਕੇ ਜਿਹੜੀ ਹੈਗੀ ਹੈ। ਤੇ ਉਸੇ ਤਰੀਕੇ ਨਾਲ ਜੇ ਆਪਾਂ ਜਲਿਆਂਵਾਲੇ ਬਾਗ ਦੇ ਵਿੱਚ ਵੀ ਜਿਹੜੇ ਲੋਕ ਸ਼ਹੀਦ ਹੋਏ, ਮਤਲਬ ਕਿ ਜਿਹੜੇ ਉੱਥੇ ਜਿਨ੍ਹਾਂ ਤੇ ਗੋਲੀ ਚੱਲੀ, ਉਹਨਾਂ ਦੀ ਆਪਾਂ ਵੀ ਜੇ ਗਿਣਤੀ ਕਰ ਲਈਏ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਜਿਹੜੀ ਹੈਗੀ ਮੁਸਲਮਾਨਾਂ ਦੀ ਉਹਦੇ ਵਿੱਚ ਹੈਗੀ ਹੈ, ਸਿੱਖਾਂ ਦੀ ਹੈਗੀ ਹੈ, ਹਿੰਦੂਆਂ ਦੀ ਹੈਗੀ ਹੈ। ਤਾਂ ਇਸ ਕਰਕੇ ਕੁਰਬਾਨੀ ਵੀ ਆਪਣੇ ਆਪ ਦੇ ਵਿੱਚ ਇੱਕ ਸੰਦੇਸ਼ ਦੇਣ ਵਾਲੀ ਹੈਗੀ ਹੈ ਵੀ ਕਿਵੇਂ ਅਸੀਂ ਆਪਸ ਦੇ ਵਿੱਚ ਸਾਂਝ ਬਣਾ ਕੇ, ਭਾਈਚਾਰਕ ਸਾਂਝ ਨਾਲ ਬਣਾ ਕੇ ਅਸੀਂ ਮਤਲਬ ਕਿਵੇਂ ਕੋਈ ਵੀ ਅੰਦੋਲਨ ਜਿਹੜਾ ਹੈਗਾ ਉਹ ਲੜ ਸਕਦੇ ਹੈ। ਤੇ ਉਹਨੂੰ ਤੇ ਅਲਟੀਮੇਟਲੀ ਰੋਲ ਐਕਟ ਨੂੰ ਵਾਪਸ ਹੋਣਾ ਪਿਆ। ਇਹ ਮਤਲਬ ਕਿ ਸਾਡਾ ਇੱਕ ਹੋ ਗਿਆ ਹੈ ਜੀ। ਔਰ ਇਸ ਘਟਨਾਕ੍ਰਮ ਤੋਂ ਬਾਅਦ ਭਗਤ ਸਿੰਘ ਵੀ ਅੱਗੇ ਆਉਂਦੇ ਨੇ, ਕਿਉਂਕਿ ਉਹ ਜਲਿਆਂਵਾਲੇ ਬਾਗ ਗਏ, ਉੱਥੇ ਨਤਮਸਤਕ ਹੋਏ ਤੇ ਖੂਨ ਨਾਲ ਭਰੀ ਹੋਈ ਮਿੱਟੀ ਇੱਕ ਬੋਤਲ ਵਿੱਚ ਭਰ ਕੇ ਆਪਣੇ ਨਾਲ ਲੈ ਕੇ ਆਏ ਤੇ ਉੱਥੋਂ ਉਹਨਾਂ ਨੇ ਆਜ਼ਾਦੀ ਵਾਸਤੇ ਸੰਘਰਸ਼ ਸ਼ੁਰੂ ਕੀਤਾ। ਇਹ ਸਾਡੀ ਵਿਰਾਸਤ ਹੈ ਜਿਹਨੂੰ ਅਸੀਂ ਸਾਂਭ ਕੇ ਰੱਖੀਏ। ਤਾਂ ਪਰ ਜਾਨਣਾ ਇਹ ਚਾਹਾਂਗੇ ਤੁਹਾਡੇ ਕੋਲੋਂ, ਆਪਣੀ ਇਸ ਵਿਰਾਸਤ ਨੂੰ ਅਸੀਂ ਸਾਂਭ ਕੇ ਕਿਉਂ ਰੱਖੀਏ ਭਲਾ? ਹਾਂਜੀ ਦੇਖੋ, ਮੈਂ ਪੂਰਾ ਘਟਨਾਕ੍ਰਮ ਦੱਸਿਆ ਤੇ ਸਾਰੇ ਘਟਨਾਕ੍ਰਮ ਦੇ ਮੈਂ ਜਿਹੜੀ ਇੱਕ ਗੱਲ ਸਾਂਭ ਕੇ ਰੱਖਣ ਵਾਲੀ ਸੀਗੀ, ਉਹ ਇੱਕ ਸੁਨੇਹਾ ਸੀਗਾ ਜਿਹੜਾ ਸਾਡਾ ਆਪਸ ਵਿੱਚ ਭਾਈਚਾਰਕ ਸਾਂਝ ਦਾ, ਇੱਕ ਹਿੰਦੂ ਮੁਸਲਮਾਨ ਏਕਤਾ ਦਾ ਜਿਹੜਾ ਸੀਗਾ, ਉਹ ਇੱਕ ਵਿਰਾਸਤ ਹੈਗੀ। ਅਸੀਂ ਵਿਰਾਸਤ ਕਹਿੰਦੇ ਕਿਹਨੂੰ ਹੈ? ਦੇਖੋ ਵਿਰਾਸਤ ਹੁੰਦੀ ਜਿਹੜੀ ਸਾਡੀ ਆਪਾਂ ਜਿਹੜੀ ਜਨਮ ਤੋਂ ਲੈ ਕੇ, ਜੇ ਮੈਂ ਆਪਣੇ ਜਨਮ ਤੋਂ ਹੁਣ ਤੱਕ ਦੇਖਾਂ ਤੇ ਜੋ ਮੈਨੂੰ ਵਿਰਸੇ ਵਿੱਚ ਮਿਲਿਆ, ਉਹ ਵਿਰਾਸਤ ਉਹ ਹੈਗੀ ਹੈ। ਜੇ ਆਪਾਂ ਜਨਮ ਤੋਂ, ਮੈਂ ਆਪਣੇ ਜਨਮ ਤੋਂ ਗੱਲ ਨਹੀਂ ਕਰਦਾ, ਮਨੁੱਖ ਦੇ ਜਨਮ ਤੋਂ ਲੈ ਕੇ ਵੀ ਆਪਾਂ ਗੱਲ ਕਰੀਏ ਅੱਜ ਤੱਕ, ਅਸੀਂ ਸਾਰਾ ਕੁਝ ਦੇਖਦੇ ਆ ਵੀ ਸਾਡੇ ਪਹਿਲਾਂ ਰਾਜੇ ਕਿਹੋ ਜਿਹੇ ਸੀ, ਫਿਰ ਉਸ ਤੋਂ ਬਾਅਦ ਅੰਗਰੇਜ਼ ਆਏ, ਇਹ ਅਸੀਂ ਕੀ ਕੀਤਾ ਤੇ ਅੰਗਰੇਜ਼ਾਂ ਨੇ ਕੀ ਕੀਤਾ ਜਾਂ ਮੁਗਲਾਂ ਨੇ ਕੀ ਕੀਤਾ, ਇਹ ਸਾਰਾ ਇਹ ਸਾਡੀ ਵਿਰਾਸਤ ਹੁੰਦੀ ਹੈ। ਉਵੇਂ ਮਤਲਬ ਕਿ ਸਾਨੂੰ ਆਪਣੇ ਗੁਰੂਆਂ ਦੀ ਵਿਰਾਸਤ ਮਿਲਦੀ ਹੈ ਵੀ ਸਾਨੂੰ ਗੁਰੂਆਂ ਨੇ ਕੀ ਸਿੱਖਿਆ ਦਿੱਤੀ। ਸਾਡੇ ਕੋਲ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਹੈ। ਤੁਸੀਂ ਭਗਤ ਸਿੰਘ ਦੀ ਗੱਲ ਕੀਤੀ, ਜੋ ਭਗਤ ਸਿੰਘ ਨੇ ਕੀਤਾ, ਭਗਤ ਸਿੰਘ ਦੀ ਗੱਲ ਉਹਦੇ ਜਨਮ ਤੋਂ ਲੈ ਕੇ ਤੇ ਉਹਦੀ ਫਾਂਸੀ ਤੱਕ, ਉਹਦੇ ਜਿਹੜੇ ਆਪਾਂ ਮਤਲਬ ਕਿ ਜ਼ਿੰਦਗੀ ਨੂੰ ਦੇਖੀਏ, ਉਹ ਸਾਡੀ ਵਿਰਾਸਤ ਹੈਗੀ ਹੈ ਵੀ ਅਸੀਂ ਉਸ ਤਰੀਕੇ ਨਾਲ ਕਿਵੇਂ ਮਤਲਬ ਕਿ ਸੋਚਣਾ ਹੈਗਾ, ਕਿਵੇਂ ਅੱਗੇ ਵਧਣਾ ਹੈਗਾ। ਇਹ ਹੁੰਦੀ ਹੈ ਵਿਰਾਸਤ। ਅਸੀਂ ਉਹਨੂੰ ਸੰਭਾਲਣਾ ਹੁੰਦਾ ਕਿਉਂਕਿ ਅਸੀਂ ਉਸ ਦੇ ਵਿੱਚੋਂ ਦੀ ਚੰਗੇ ਸੁਨੇਹੇ ਲੈਣੇ ਹੁੰਦੇ ਨੇ, ਉਹਦੇ ਵਿੱਚ ਹਿੰਮਤ ਲੈਣੀ ਹੁੰਦੀ ਹੈ, ਪ੍ਰੇਰਨਾ ਲੈਣੀ ਹੁੰਦੀ ਹੈ ਤਾਂ ਕਿ ਅਸੀਂ ਇੱਕ ਵਧੀਆ ਕਦਮ ਪੁੱਟ ਸਕੀਏ। ਹੁਣ ਜਿਵੇਂ ਮੈਂ ਭਗਤ ਸਿੰਘ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਹੁਣ ਤੁਸੀਂ ਦੇਖੋ ਵੀ 14 ਤਰੀਕ ਨੂੰ ਸਵੇਰੇ 14 ਅਪ੍ਰੈਲ ਨੂੰ
ਇਹ ਮਤਲਬ ਕਿ ਭਗਤ ਸਿੰਘ ਜਿਹੜਾ ਹੈਗਾ ਉਹ ਤਕਰੀਬਨ ਮਤਲਬ ਕਿ 11 ਸਾਲ ਦਾ ਹੈਗਾ। ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਵੀ 11 ਸਾਲ ਦਾ ਜਿਹੜਾ ਬੱਚਾ ਹੈਗਾ ਉਹ ਘਰੋਂ ਤਿਆਰ ਹੋਇਆ ਹੈਗਾ ਸਕੂਲ ਜਾਣ ਦੇ ਵਾਸਤੇ। ਸਕੂਲ ਜਾਣ ਦੇ ਵਾਸਤੇ ਘਰਦਿਆਂ ਨੂੰ ਪਤਾ ਨਹੀਂ ਕੁਝ, ਉਹ ਸਕੂਲ ਜਾਣ ਵਾਸਤੇ ਤਿਆਰ ਹੋ ਰਿਹਾ ਤੇ ਉਹ ਆ ਜਾਂਦਾ ਹੈ ਲਾਹੌਰ ਰੇਲਵੇ ਸਟੇਸ਼ਨ ਤੇ। ਰੇਲਵੇ ਸਟੇਸ਼ਨ ਤੇ ਆ ਕੇ ਗੱਡੀ ਦੇ ਵਿੱਚ, ਅੰਮ੍ਰਿਤਸਰ ਦੀ ਗੱਡੀ 'ਚ ਬੈਠਦਾ ਹੈਗਾ ਤੇ ਫਿਰ ਉਹ ਉੱਥੇ ਮਤਲਬ ਕਿ ਪਹੁੰਚਦਾ ਹੈਗਾ ਜਲਿਆਂਵਾਲੇ ਬਾਗ। ਜਲਿਆਂਵਾਲੇ ਬਾਗ ਦੇ ਦਾ ਤੁਸੀਂ ਦੱਸੋ ਵੀ ਇੱਕੋ ਦਮ ਉਹਨੂੰ ਰਾਤ ਨੂੰ ਸੁਪਨਾ ਨਹੀਂ ਆਇਆ ਵੀ ਮੈਂ ਜਲਿਆਂਵਾਲੇ ਬਾਗ ਜਾਣਾ ਹੈ। ਦਰਅਸਲ ਉਹਨਾਂ ਦੀ ਮੈਂ ਅਜੀਤ ਸਿੰਘ ਦੀ ਗੱਲ ਕੀਤੀ, ਅਜੀਤ ਸਿੰਘ ਜਿਹੜਾ ਹੈਗਾ ਉਸਦਾ ਚਾਚਾ ਹੈਗਾ, ਉਹਦੇ ਫਾਦਰ ਕਿਸ਼ਨ ਸਿੰਘ ਹੈਗੇ ਆ, ਉਸਦੇ ਪਿਤਾ ਜਿਹੜੇ ਹੈਗੇ ਨੇ ਅਰਜਨ ਸਿੰਘ ਹੈਗੇ ਆ। ਇਹ ਸਾਰਾ ਪਰਿਵਾਰ ਹੀ ਜਿਹੜਾ ਹੈਗਾ ਮਤਲਬ ਕਿ ਜੇ ਸਿੱਧਾ ਦੇਸ਼ ਭਗਤ ਨਹੀਂ ਹੈਗਾ ਤਾਂ ਮਤਲਬ ਕਿ ਇੱਕ ਸਮਾਜਿਕ ਕਾਰਜਕਰਤਾ ਹੈਗੇ ਨੇ, ਮਤਲਬ ਕਿ ਸਮਾਜਿਕ ਸਰੋਕਾਰਾਂ ਦੇ ਨਾਲ ਉਹਨਾਂ ਦਾ ਪਰਿਵਾਰ ਜੁੜਿਆ ਹੋਇਆ ਹੈਗਾ। ਅਸੀਂ ਮਤਲਬ ਕਿ ਜੇ ਅਰਜਨ ਸਿੰਘ ਦੀ ਗੱਲ ਵੀ ਕਰੀਏ ਤਾਂ ਉਹ ਉਸ ਵਕਤ ਦੇ ਰੂੜੀਵਾਦੀ ਮਤਲਬ ਕਿ ਵਿਚਾਰਾਂ ਨੂੰ ਤੋੜਨ ਵਾਲੇ, ਮਤਲਬ ਕਿ ਜਾਤ ਪਾਤ ਨੂੰ ਖਤਮ ਕਰਨ ਵਾਲੇ ਇਸ ਤਰ੍ਹਾਂ ਦੇ ਮਤਲਬ ਕਿ ਸ਼ਖਸ ਸੀਗੇ, ਜਿਨ੍ਹਾਂ ਨੇ ਆਪਣੇ ਦੋਵੇਂ ਕੀ ਤਿੰਨੇ ਬੇਟੇ ਉਹਨਾਂ ਦੇ ਸਵਰਨ ਸਿੰਘ ਤੇ ਆਪਣੇ ਕ੍ਰਿਸ਼ਨ ਸਿੰਘ ਤੇ ਅਜੀਤ ਸਿੰਘ, ਉਹਨਾਂ ਨੂੰ ਮਤਲਬ ਕਿ ਆਪਣੀ ਇੱਕ ਵਿਰਾਸਤ ਦਿੱਤੀ। ਉਹਨਾਂ ਨੇ ਉਸੇ ਤੋਂ ਅੱਗੋਂ ਨਿਕਲਦੇ ਹੋਏ ਅੱਗੋਂ ਫਿਰ ਜਿਹੜੀ ਭਗਤ ਸਿੰਘ ਤੱਕ ਆਈ। ਤਾਂ ਭਗਤ ਸਿੰਘ ਦਾ ਇਹ ਇੱਕ ਤਿਆਰੀ ਹੈਗੀ। ਉਹਨਾਂ ਦੇ ਘਰ ਦੇ ਵਿੱਚ ਰੋਜ਼ ਇਹਨਾਂ ਗੱਲਾਂ ਤੇ ਡਿਸਕਸ ਹੁੰਦਾ ਸੀਗਾ ਵੀ ਕਿਵੇਂ ਰੋਲ ਐਕਟ ਬਣਿਆ ਹੈਗਾ। ਉਹਨਾਂ ਨੇ ਵੀ ਲਾਹੌਰ ਦੇ ਵਿੱਚ ਰਹਿੰਦੇ ਆ, ਮਤਲਬ ਕਿ ਭਗਤ ਸਿੰਘ ਲਾਹੌਰ ਸੀਗਾ, ਉਹਦੇ ਬਾਕੀ ਜਿਹੜਾ ਪਰਿਵਾਰ ਸੀਗਾ ਉਹ ਸਾਰੀ ਗੱਲਾਂ ਸੁਣਦੇ ਸੀਗੇ। ਉਹ ਉਹਦੇ ਦਿਮਾਗ ਵਿੱਚ ਸੀਗਾ। ਤੇ ਇਹ ਨਹੀਂ ਹੈਗਾ ਕਿ ਹੁਣ ਮਤਲਬ ਕਿ ਜਿਹੜੀ ਰੈਲੀ ਹੋਈ ਹੈਗੀ ਹੈ ਜਲਿਆਂਵਾਲੇ ਬਾਗ ਦੇ ਵਿੱਚ, ਉਹਦੇ ਵਿੱਚ ਸਿਰਫ ਅੰਮ੍ਰਿਤਸਰ ਤੋਂ ਲੋਕ ਨਹੀਂ ਸੀ, ਕੁਝ ਲੋਕ ਉੱਥੋਂ ਲਾਹੌਰ ਤੋਂ ਵੀ ਆਏ ਹੋਏ ਸੀਗੇ। ਤਾਂ ਕਿਉਂਕਿ ਲਾਹੌਰ ਤੇ ਅੰਮ੍ਰਿਤਸਰ ਤੇ ਮੈਂ ਦੱਸਿਆ ਵੀ 40 ਕਿਲੋਮੀਟਰ ਦਾ ਫਰਕ ਹੈਗਾ। 40 ਕਿਲੋਮੀਟਰ ਕੋਈ ਬਹੁਤਾ ਵਕਫਾ ਨਹੀਂ ਹੁੰਦਾ। ਆਪਾਂ ਜਲੰਧਰ ਦੀ ਗੱਲ ਕਰੀਏ, ਜਲੰਧਰ 80 ਕਿਲੋਮੀਟਰ ਹੈਗਾ ਤੇ ਇਸ ਕਰਕੇ ਉਦੋਂ ਵੀ ਲੋਕ ਸੀਗੇ। ਤਾਂ ਜਾਣੀ ਕਿ ਜਦੋਂ ਇਹ ਘਟਨਾਕ੍ਰਮ ਸ਼ਾਮ ਨੂੰ ਹੁੰਦਾ 4:30-5 ਵਜੇ ਜਲਿਆਂਵਾਲੇ ਬਾਗ ਦਾ ਕਾਂਡ, ਤੇ ਇਹ ਰਾਤ ਤੱਕ ਗੱਲ ਲਾਹੌਰ ਵਿੱਚ ਪਹੁੰਚ ਚੁੱਕੀ ਸੀਗੀ ਵੀ ਇੰਨਾ ਵੱਡਾ ਇਸ ਤਰ੍ਹਾਂ ਦਾ ਕਾਂਡ ਹੋਇਆ। ਉਹ ਮਤਲਬ ਕਿ ਸਾਰੀ ਰਾਤ ਮਤਲਬ ਕਿ ਸੋਚਦਾ ਰਿਹਾ ਹੋਣਾ ਭਗਤ ਸਿੰਘ ਵੀ ਕਿਵੇਂ ਮਤਲਬ ਕਿ ਇੱਕ ਨਿਰਥੇ ਲੋਕਾਂ ਦੇ ਆਰਾਮ ਨਾਲ ਬੈਠੇ ਹੋਏ ਬਾਗ ਵਿੱਚ ਬੈਠੇ ਹੋਏ ਇੱਕ ਲੋਕਾਂ ਦੇ ਆਪਸ ਵਿੱਚ ਚਰਚਾ ਕਰ ਰਹੇ ਲੋਕਾਂ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ। ਤੇ ਬਾਕੀ ਜੇ ਆਪਾਂ ਭਗਤ ਸਿੰਘ ਦੀ ਸਪੈਸ਼ਲ ਇੱਥੇ ਗੱਲ ਹੁਣ ਜੋੜਨੀ ਹੋਵੇ ਤਾਂ ਉਹ ਹੈਗਾ ਕਿ ਉਹਦੀ ਜ਼ਿੰਦਗੀ ਦੇ ਤੁਸੀਂ ਪੜਾਅ ਦੇਖ ਸਕਦੇ ਹੋ। ਨਨਕਾਣਾ ਸਾਹਿਬ ਦੇ ਵਿੱਚ ਵੀ ਜਦੋਂ ਗੋਲੀਆਂ ਚੱਲੀਆਂ ਤਾਂ ਉੱਥੇ ਵੀ ਜਾ ਕੇ ਆਇਆ। ਤਾਂ ਉਹਨੇ ਮਤਲਬ ਕਿ ਇਹ ਦੇਖਿਆ ਕਿ ਆਪ ਮਤਲਬ ਕਿ ਦੇਖ ਕੇ ਆਣਾ, ਪ੍ਰਤੱਖ ਮਤਲਬ ਕਿ ਉਹ ਜਗ੍ਹਾ ਮਤਲਬ ਕਿ ਉਹ ਘਟਨਾਕ੍ਰਮ ਨੂੰ ਦੇਖਣਾ। ਹੁਣ ਨੈਚੁਰਲੀ ਜਦੋਂ ਸਵੇਰੇ ਉਹ ਪਹੁੰਚ ਰਿਹਾ ਹੈਗਾ, ਰਾਤ ਨੂੰ ਕਰਫਿਊ ਲੱਗ ਗਿਆ ਤੇ ਉਸ ਵਕਤ ਦੱਸਾਂ ਵੀ 8 ਵਜੇ ਤੋਂ ਬਾਅਦ ਕਰਫਿਊ ਲੱਗ ਗਿਆ। ਜਿਹੜੀਆਂ ਲਾਸ਼ਾਂ ਪਈਆਂ ਸੀ ਉਹ ਵੀ ਮਤਲਬ ਕਿ ਉੱਥੇ ਪਈਆਂ ਰਹੀਆਂ ਉਸੇ ਤਰੀਕੇ ਨਾਲ। ਜ਼ਖਮੀ ਵੀ ਉਵੇਂ ਪਏ ਰਹੇ, ਜੇ ਤੜਪਦੇ ਰਹੇ, ਪਾਣੀ ਦੇ ਲਈ ਮਤਲਬ ਕਿ ਤੜਪਦੇ ਰਹੇ। ਉਹਨਾਂ ਨੂੰ ਪਾਣੀ ਪਿਆਉਣ ਵਾਲਾ ਵੀ ਕੋਈ ਨਹੀਂ ਸੀਗਾ ਕਿਉਂਕਿ ਸ਼ਹਿਰ ਵਿੱਚ ਕਰਫਿਊ ਲੱਗਿਆ ਹੋਇਆ ਸੀਗਾ। ਤਾਂ ਸਵੇਰੇ ਜਦੋਂ ਆਇਆ ਤਾਂ ਉਹ ਲਾਸ਼ਾਂ ਨਾਲ ਤੇ ਖੂਨ ਨਾਲ ਲੱਥਪੱਥ ਮਤਲਬ ਕਿ ਉਹਨੇ ਦੇਖਿਆ, ਮਤਲਬ ਕਿ ਪੂਰਾ ਦਾ ਪੂਰਾ। ਤਾਂ ਉਹਨੇ ਜਦੋਂ ਉਹ ਦੇਖਿਆ ਤਾਂ ਐਕਚੁਅਲੀ ਉਹਦੀ ਜ਼ਿੰਦਗੀ ਦਾ ਸਫ਼ਰ ਵੀ ਉਸ ਤੋਂ ਬਾਅਦ ਉਹ ਮਿੱਟੀ ਲੈ ਕੇ ਗਿਆ, ਮਿੱਟੀ ਉਹਨੇ ਘਰੇ ਰੱਖੀ, ਫੁੱਲਾਂ ਦੇ ਨਾਲ ਆਪਸ ਵਿੱਚ ਉਹ ਸ਼ਰਧਾਂਜਲੀ ਦੇ ਕੇ ਉਹਨੂੰ ਉਸ ਅਲਮਾਰੀ ਦੇ ਵਿੱਚ ਉਸ ਬੋਤਲ ਨੂੰ ਸੰਭਾਲ ਕੇ ਰੱਖਿਆ। ਤਾਂ ਮੈਂ ਜਿਹੜੀ ਗੱਲ ਕੀਤੀ ਸੀ ਉਹਨੇ ਮਤਲਬ ਕਿ ਸਾਡੀ ਸਾਰੀ ਆਜ਼ਾਦੀ ਦੀ ਜਿਹੜੀ ਲੜਾਈ ਹੈਗੀ ਹੈ ਉਸ ਨੂੰ ਇੱਕ ਨਵਾਂ ਮੋੜ ਦਿੱਤਾ ਤੇ ਉਸ ਵਿੱਚ ਇੱਕ ਤੇਜ਼ੀ ਲਿਆਂਦੀ, ਜਿਸ ਕਰਕੇ ਅਸੀਂ 1947 ਵਿੱਚ ਆਜ਼ਾਦ ਹੋ ਸਕੇ। ਇੱਥੇ ਇੱਕ ਹੋਰ ਹੀਰੋ ਵੀ ਆਪਾਂ ਨੂੰ ਮਤਲਬ ਕਿ ਜਿਹੜਾ ਹੈਗਾ ਸ਼ਹੀਦ ਯਾਦ ਰੱਖਣਾ ਚਾਹੀਦਾ, ਊਧਮ ਸਿੰਘ ਜੀ। ਸਿੰਘ ਉਦੋਂ ਅੰਮ੍ਰਿਤਸਰ ਦੇ ਜਿਹੜਾ ਹੈਗਾ ਯਤੀਮਖਾਨੇ ਦੇ ਵਿੱਚ ਸੀਗਾ। ਤੇ ਉਸ ਨੇ ਮਤਲਬ ਕਿ ਜਿਹੜਾ ਸੀਗਾ ਜਦੋਂ ਉਹਨੇ ਮਤਲਬ ਕਿ ਸਾਰਾ ਘਟਨਾਕ੍ਰਮ ਉਹ ਵੀ ਉਸ ਵਕਤ ਕੋਈ ਬਹੁਤੀ ਵੱਡੀ ਉਮਰ ਨਹੀਂ ਸੀਗੀ ਉਸਦੀ, ਕੋਈ 13-14 ਸਾਲ ਦਾ ਉਹ ਹੈਗਾ ਸੀਗਾ। 13 ਸਾਲ ਦਾ ਆਪਾਂ ਕਹਿ ਸਕਦੇ ਹਾਂ ਉਹ ਹੈਗਾ ਸੀਗਾ। ਤੇ 13 ਸਾਲ ਦਾ ਜਿਹੜਾ ਬੱਚਾ ਹੈਗਾ ਉਹਦੇ ਮਨ ਤੇ ਜਿਹੜਾ ਅਸਰ ਪਿਆ ਤਾਂ ਉਸਨੇ ਉਸ ਵਕਤ ਸਹੁੰ ਖਾਧੀ ਕਿ ਮੈਂ ਇਸ ਦਾ ਬਦਲਾ ਲੈ ਕੇ ਲਊਂਗਾ। ਤੇ ਉਹਨੇ ਤਕਰੀਬਨ ਮਤਲਬ ਕਿ ਜਿਹੜਾ ਹੈਗਾ 1919 ਤੋਂ ਲੈ ਕੇ 21 ਸਾਲ ਤੱਕ ਆਪਣੇ ਮਨ ਦੇ ਲਈ ਵੀ ਜਿਹੜੀ ਸਹੁੰ ਹੈਗੀ ਆ ਉਹਨੂੰ ਦਬਾ ਕੇ ਰੱਖਿਆ। ਤੇ ਅਲਟੀਮੇਟਲੀ ਉਹਨੇ 1940 ਵਿੱਚ ਬਦਲਾ ਲਿਆ ਤੇ ਜਾ ਕੇ ਉਹ ਠੀਕ ਹੈ ਕਿ ਜਨਰਲ ਡਾਇਰ ਨਹੀਂ ਮਰਿਆ ਉਸ ਤੋਂ, ਕਿਉਂਕਿ ਜਨਰਲ ਡਾਇਰ ਨੂੰ ਲੱਭ ਰਿਹਾ ਸੀਗਾ, ਪਰ ਜਨਰਲ ਡਾਇਰ ਪਹਿਲਾਂ ਹੀ ਮਰ ਚੁੱਕਾ ਸੀਗਾ। ਜਦੋਂ ਉਹ ਪਹੁੰਚਿਆ ਤਾਂ ਜਨਰਲ ਅਡਵਾਇਰ ਨੂੰ ਮਾਰਿਆ, ਜਿਹਨੇ ਹੁਕਮ ਦਿੱਤਾ ਸੀ ਉਸਨੂੰ ਕਿ ਤੂੰ ਇਸ ਤਰ੍ਹਾਂ ਕਰ ਲੈ। ਤੇ ਜਿਹੜਾ ਕਿ ਗਵਰਨਰ ਸੀਗਾ, ਜਿਹੜਾ ਉਸ ਵਕਤ ਜਿਹਨੇ ਉਹਨੂੰ ਕਮਾਂਡ ਦਿੱਤੀ ਸੀ, ਉਹਨੇ ਮਤਲਬ ਕਿ ਕਹਿਣ ਦਾ ਮਤਲਬ ਵੀ ਉਸਨੇ ਵੀ ਇਸ ਘਟਨਾਕ੍ਰਮ ਨੂੰ ਆਪਣੇ ਮਨ ਦੇ ਚ ਉਹਨੇ ਇੰਨਾ ਮਤਲਬ ਕਿ ਉਹਨੇ ਕੀਤਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਸਾਡੇ ਸ਼ਹੀਦ ਨੇ, ਇਹਨਾਂ ਦੀ ਜਿਹੜੀ ਗਾਥਾ ਹੈਗੀ ਹੈ, ਇਹਨਾਂ ਦੀ ਜਿਹੜੀ ਕਹਾਣੀ ਹੈਗੀ ਹੈ, ਜਿਹੜੀ ਮਤਲਬ ਕਿ ਜਿਹੜੀ ਜਲਿਆਂਵਾਲਾ ਬਾਗ ਤੋਂ ਇਹਨਾਂ ਨੇ ਮਤਲਬ ਘਟਨਾਕ੍ਰਮ ਤੋਂ ਸਿੱਖਿਆ, ਅੱਜ ਸਾਨੂੰ ਵੀ ਮਤਲਬ ਕਿ ਆਪਣੇ ਨੌਜਵਾਨਾਂ ਨੂੰ, ਆਪਣੇ ਲੋਕ ਦੇਸ਼ ਵਾਸੀਆਂ ਨੂੰ ਵੀ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਦੀ ਅੰਡਰਸਟੈਂਡ ਕਰਨਾ ਚਾਹੀਦਾ, ਸਬਕ ਲੈਣਾ ਚਾਹੀਦਾ ਹੈਗਾ। ਡਾਇਰ ਦਾ ਆਪਣਾ ਸਬਕ ਸੀਗਾ, ਸਾਨੂੰ ਜਲਿਆਂਵਾਲਾ ਬਾਗ ਸਬਕ ਦਿੰਦਾ ਹੈਗਾ ਭਾਈਚਾਰੇ ਦਾ,
ਆਪਣੇ ਦੇਸ਼ ਲਈ ਕੁਰਬਾਨ ਹੋਣ ਦਾ, ਆਪਣੇ ਮਿਲ ਕੇ ਰਹਿਣ ਦਾ, ਇਹ ਸਾਨੂੰ ਸਬਕ ਜਿਹੜੇ ਨੇ ਇਹ ਸਿੱਖਣੇ ਚਾਹੀਦੇ ਨੇ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਸ਼ੁਰੂ ਹੁੰਦੀ ਹੈ, ਕੋਈ ਨਵੇਂ ਮਤਲਬ ਕਿ ਲੈ ਕੇ ਵਿਚਾਰਾਂ ਨੂੰ ਲੈ ਕੇ ਕੋਈ ਆਪਣਾ ਕਰਨਾ ਚਾਹੁੰਦਾ ਹੈ ਅੰਦੋਲਨ, ਉਹ ਜਲਿਆਂਵਾਲੇ ਬਾਗ ਤੋਂ ਨਮਨ ਕਰਕੇ ਨਿਕਲਦਾ ਹੈਗਾ ਤੇ ਫਿਰ ਉਹ ਆਪਣੀ ਜਿਹੜੀ ਹੈਗੀ ਹੈ ਯਾਤਰਾ ਸ਼ੁਰੂ ਕਰਦਾ ਜਾਂ ਆਪਣਾ ਕੰਮ ਸ਼ੁਰੂ ਕਰਦਾ ਹੈਗਾ। ਤਾਂ ਇਹ ਸੀਗਾ ਮਤਲਬ ਕਿ ਉਹਦਾ। ਹਾਂਜੀ, ਜਲਿਆਂਵਾਲੇ ਬਾਗ ਦੀ ਜੋ ਵਿਰਾਸਤ ਹੈ, ਅਸੀਂ ਉਹਨੂੰ ਸਾਂਭ ਕੇ ਕਿਵੇਂ ਰੱਖੀਏ? ਕੀ ਸਹੀ ਤਰੀਕਾ ਹੈ ਉਸ ਨੂੰ ਸਾਂਭ ਕੇ ਰੱਖਣ ਦਾ, ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਉਹ ਵਿਰਾਸਤ ਸਹੀ ਸਲਾਮਤ ਪਹੁੰਚ ਸਕੇ? ਦੇਖੋ, ਵਿਰਾਸਤ ਨੂੰ ਸਾਂਭਣ ਦਾ ਇੱਕ ਮਕਸਦ ਹੁੰਦਾ ਹੈ। ਜਿਹੜੀ ਮੈਂ ਗੱਲ ਕੀਤੀ ਵੀ ਵਿਰਾਸਤ ਨੂੰ ਸਾਂਭਣ ਦਾ ਹੈਗਾ ਵੀ ਜੇ ਮੈਨੂੰ ਨਹੀਂ ਪਤਾ, ਜੇ ਆਪਾਂ ਸ਼ੁਰੂ 'ਚ ਗੱਲ ਕੀਤੀ, ਮੰਨ ਲਓ ਕਿ ਜਿਹਨਾਂ ਨੂੰ ਨਹੀਂ ਪਤਾ, ਜਿਹਨੇ ਸਿਰਫ ਜਲਿਆਂਵਾਲੇ ਬਾਗ ਬਾਰੇ ਸੁਣਿਆ ਹੈਗਾ ਤੇ ਇਹ ਜਾਂ ਇਹ ਘਟਨਾਕ੍ਰਮ ਮੈਂ ਆਪਾਂ ਜਿਹੜਾ ਇੱਥੇ ਡਿਸਕਸ ਕਰ ਰਹੇ ਹਾਂ, ਉਹ ਉੱਥੇ ਜਦੋਂ ਜਾਵੇ ਤਾਂ ਉਹਨੂੰ ਉਹ ਫੀਲਿੰਗ ਆਵੇ ਵੀ ਇਹ ਘਟਨਾਕ੍ਰਮ ਇੱਥੇ ਐਵੇਂ ਵਾਪਰਿਆ ਹੋਊਗਾ, ਇਹ ਮਿੱਟੀ ਹੈਗੀ ਹੈ, ਇਸ ਮਿੱਟੀ ਦੇ ਉੱਤੇ ਹਜ਼ਾਰਾਂ ਲੋਕਾਂ ਦਾ ਖੂਨ ਡੁੱਲਿਆ ਹੋਊਗਾ। ਇਹ ਫੀਲਿੰਗ ਆਉਣੀ ਚਾਹੀਦੀ ਹੈ ਉੱਥੇ ਜਾ ਕੇ। ਮੈਂ ਤੁਹਾਨੂੰ ਗੱਲ ਦੱਸਦਾ ਕਿ ਮੇਰਾ ਬੇਟਾ ਮਤਲਬ ਕਿ ਹੈਗਾ ਫਿਲਮ ਮੇਕਰ ਦੇ, ਉਹ ਮਤਲਬ ਕਿ ਉਹਦੇ ਦੋਸਤ ਆਏ ਦਿੱਲੀ ਤੋਂ ਤੇ ਉਹ ਕਹਿੰਦੇ ਅਸੀਂ ਜਲਿਆਂਵਾਲਾ ਬਾਗ ਦੇਖਣਾ ਹੈਗਾ ਤੇ ਉਹ ਉਹਨਾਂ ਨੂੰ ਲੈ ਗਿਆ ਤੇ ਮਤਲਬ ਕਿ ਉਹ ਰੂਟੀਨ ਦੇ ਜਿਵੇਂ ਹੁੰਦਾ ਹੀ ਹੈ, ਜਲਿਆਂਵਾਲਾ ਬਾਗ ਦਰਬਾਰ ਸਾਹਿਬ ਲੋਕੀ ਆਉਂਦੇ ਅੰਮ੍ਰਿਤਸਰ ਇਹ ਦੇਖਣਾ ਚਾਹੁੰਦੇ ਹੈਗੇ ਨੇ। ਉਹ ਜਦੋਂ ਸ਼ਾਮ ਨੂੰ ਆਏ ਘਰੇ ਵਾਪਸ ਤਾਂ ਮੇਰੇ ਨਾਲ ਉਹ ਬੱਚੇ ਜਿਹੜੇ ਨੇ ਉਹ ਡਿਸਕਸ ਕਰਨ ਤੋਂ ਪਹਿਲਾਂ ਬੜੇ ਪਰੇਸ਼ਾਨ ਸੀਗੇ। ਪਰੇਸ਼ਾਨ ਇਸ ਕਰਕੇ ਸੀਗੇ, ਇੱਕ ਗੱਲ ਤਾਂ ਇਹ ਸੀਗੀ ਵੀ ਅਸੀਂ ਬਾਗ 'ਚ ਐਂਟਰ ਕਰ ਰਹੇ ਹਾਂ ਤੇ ਉਹਨਾਂ ਦੇ ਦਿਮਾਗ ਦੇ ਸੀਗਾ ਵੀ ਇੱਕ ਬੜਾ ਸ਼ਹੀਦੀ ਸਮਾਰਕ ਹੈ, ਇੰਨਾ ਵੱਡਾ ਸ਼ਹੀਦੀ ਸਮਾਰਕ ਹੈ, ਪਰ ਕਹਿੰਦਾ ਲੋਕੀ ਬੜੇ ਇਸ ਤਰ੍ਹਾਂ ਜਾ ਰਹੇ ਨੇ ਜਿਵੇਂ ਟਹਿਲਣ ਜਾ ਰਹੇ ਹੁੰਦੇ ਨੇ। ਕਿਸੇ ਦੇ ਹੱਥ ਦੇ ਵਿੱਚ ਕੁਰਕਰੇ ਨੇ, ਕਿਸੇ ਦੇ ਹੱਥ ਵਿੱਚ ਆਈਸਕ੍ਰੀਮ ਦਾ ਕੋਨ ਹੈ, ਕਿਸੇ ਦੇ ਹੱਥ ਵਿੱਚ ਕੋਈ ਮਤਲਬ ਕਿ ਬੜੇ ਟੇਢੇ ਮੇਢੇ ਢੰਗ ਨਾਲ ਸੈਲਫੀਆਂ ਲੈ ਰਿਹਾ ਹੈਗਾ। ਉਹਨਾਂ ਨੂੰ ਮਤਲਬ ਕਿ ਵੀ ਕੋਈ ਗੰਭੀਰਤਾ ਵਾਲਾ ਉੱਥੇ ਸੀਨ ਨਹੀਂ ਸੀਗਾ। ਉਹ ਮੈਂ ਕਿਹਾ ਬੱਚੇ ਜਦੋਂ ਮਤਲਬ ਕਿ ਉੱਥੇ ਬਾਗ ਵਿੱਚ ਪਹੁੰਚੇ ਤਾਂ ਉਹਨਾਂ ਦਾ ਉੱਥੇ ਪੈਰ ਰੱਖਣ ਨੂੰ ਦਿਲ ਨਹੀਂ ਸੀ ਕਰ ਰਿਹਾ। ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਉੱਥੇ ਪੈਰ, ਸਾਨੂੰ ਸਮਝ ਨਹੀਂ ਆ ਸੀ ਵੀ ਅਸੀਂ ਕਿੱਥੇ ਪੈਰ ਰੱਖੀਏ ਕਿੱਥੇ ਨਾ ਰੱਖੀਏ, ਵੀ ਇੱਥੇ ਮਤਲਬ ਕਿ ਜਿਹੜਾ ਅਸੀਂ ਸੁਣਿਆ ਹੈਗਾ ਵੀ ਇੱਥੇ ਹਜ਼ਾਰਾਂ ਲੋਕਾਂ ਦਾ ਜਿਹੜਾ ਖੂਨ ਹੈ ਇੱਥੇ ਡੁੱਲਿਆ ਹੈਗਾ ਤੇ ਸਾਨੂੰ ਲੱਗਦਾ ਸੀ ਅਸੀਂ ਸ਼ਹੀਦਾਂ ਦੇ ਉਹਨਾਂ ਦੇ ਖੂਨ ਦੇ ਉੱਤੇ ਜਿਹੜਾ ਹੈਗਾ ਉਹ ਪੈਰ ਰੱਖ ਕੇ ਜਾ ਰਹੇ ਹੈਗੇ ਆ। ਇਹ ਭਾਵਨਾ ਇਸ ਕਰਕੇ ਮਤਲਬ ਕਿ ਦੇਖੋ ਨਾਲ ਗੁਰਦੁਆਰਾ ਹੈਗਾ, ਉਹ ਗੁਰਦੁਆਰੇ ਜਾ ਕੇ ਆਏ ਨੇ। ਉੱਥੋਂ ਤੁਸੀਂ ਜਦੋਂ ਟੱਪਦੇ ਹੋ ਪਹਿਲਾਂ ਪਾਣੀ ਦੇ ਵਿੱਚੋਂ ਦੀ ਤੁਸੀਂ ਪੈਰ ਧੋ ਕੇ ਅੰਦਰ ਜਾਂਦੇ ਹੈਗੇ ਹੋ। ਉਹ ਇੱਕ ਸ਼ਰਧਾ ਜਿਹੜੀ ਹੈਗੀ ਹੈ ਉਸ ਤਰੀਕੇ ਨਾਲ ਜੇ ਤੁਸੀਂ ਉੱਥੇ ਮਤਲਬ ਸਿਰ ਢੱਕ ਕੇ ਜਾਣਾ ਹੁੰਦਾ ਹੈ ਤਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਇਹੋ ਜਿਹਾ ਕੁਝ ਇੱਥੇ ਵੀ ਮਤਲਬ ਕਿ ਹੋਇਆ ਹੋਊਗਾ। ਇਹ ਮੈਂ ਉਦੋਂ ਦੀ ਗੱਲ ਦੱਸ ਰਿਹਾ ਜਦੋਂ ਹਜੇ ਉਸ ਦਾ ਨਵੀਨੀਕਰਨ ਨਹੀਂ ਹੋਇਆ ਸੀਗਾ। ਅੱਜ ਦੇ ਤੁਸੀਂ ਨਵੀਨੀਕਰਨ ਵਿੱਚ ਮੈਂ ਤੁਹਾਨੂੰ ਉਹ ਸਾਰਾ ਦ੍ਰਿਸ਼ 2 ਮਿੰਟਾਂ ਦੇ ਵਿੱਚ ਦੱਸਣਾ ਚਾਹੁੰਦਾ ਕਿ ਜਿਹੜੀ ਪੀੜੀ ਗਲੀ ਹੈਗੀ ਹੈ, ਹੁਣ ਉਹ ਪੀੜੀ ਗਲੀ ਜਿਸ ਤਰ੍ਹਾਂ ਮੈਂ ਕੀਤਾ ਦੱਸਿਆ ਸੀਗਾ ਵੀ 2 ਬੰਦੇ ਵੀ ਇਕੱਠੇ ਜਾਣ ਤਾਂ ਉਹਨਾਂ ਦਾ ਆਪਸ ਦੇ ਵਿੱਚ ਮਤਲਬ ਕਿ ਮੋਢਾ ਨਾਲ ਮੋਢਾ ਟਕਰਾਊਗਾ। ਹੁਣ ਉਹ ਪੀੜੀ ਗਲੀ ਹੈਗੀ ਹੈ, ਉੱਥੇ ਤੁਸੀਂ ਦੋਵਾਂ ਸਾਈਡਾਂ ਤੇ ਠੀਕ ਹੈ ਚਿੱਤਰਕਲਾ ਕੀਤੀ ਹੈਗੀ ਹੈ। ਚਿੱਤਰਕਲਾ ਦੇ ਵਿੱਚ ਲੋਕੀ ਇਸ ਤਰ੍ਹਾਂ ਦਿਖਾਏ ਨੇ ਜਿਵੇਂ ਕੋਈ ਮੇਲੇ ਵਿੱਚ ਜਾ ਰਹੇ ਹੋਣ ਤੇ ਮਤਲਬ ਇਹ ਨਹੀਂ ਹੈਗਾ ਵੀ ਕੋਈ ਰੈਲੀ ਵਿੱਚ ਜਾ ਰਹੇ ਨੇ ਜਾਂ ਕੋਈ ਇਸ ਤਰ੍ਹਾਂ ਦੇ ਥਾਂ ਤੇ ਜਾ ਰਹੇ ਨੇ ਜਿੱਥੇ ਚਰਚਾ ਹੋ ਰਹੀ ਹੈ। ਮੰਨ ਲਓ ਕਿ ਉਹ ਦ੍ਰਿਸ਼ ਹੀ ਕ੍ਰੀਏਟ ਕਰਨਾ ਚਾਹੁੰਦੇ ਹਾਂ ਅਸੀਂ, ਜਿਹਦੇ ਚ ਲੋਕੀ ਇਕੱਠੇ ਉਹਨਾਂ ਦੇ ਚਿਹਰੇ ਤੇ ਉਹ ਡਰ ਦੇ ਮਾਹੌਲ ਦੇ ਵਿੱਚੋਂ ਹੀ ਬਾਹਰ ਨਿਕਲ ਕੇ ਆਏ ਸੀ ਵੀ ਕਿਉਂਕਿ ਬਾਹਰ ਕਰਫਿਊ ਲੱਗਿਆ ਹੋਇਆ ਸੀਗਾ। ਉਹ ਗਲੀ ਹੈਗੀ। ਉਸ ਤੋਂ ਬਾਅਦ ਤੁਸੀਂ ਐਂਟਰ ਕਰਦੇ ਹੋ, ਐਂਟਰ ਕਰਨ ਤੋਂ ਬਾਅਦ ਪਹਿਲਾਂ ਉੱਥੇ ਇੱਕ ਮਤਲਬ ਕਿ ਇੱਕ ਜੋਤੀ ਜਗਦੀ ਸੀਗੀ ਬਿਲਕੁਲ ਉਹ ਜਿਹੜਾ ਛੋਟੀ ਜਿਹੀ ਗਲੀ ਟੱਪਣ ਤੋਂ ਬਾਅਦ ਜਦੋਂ ਬਾਗ ਸ਼ੁਰੂ ਹੁੰਦਾ ਹੈਗਾ ਤੇ ਸੱਜੇ ਪਾਸੇ ਮਤਲਬ ਕਿ ਇੱਕ ਫਲੇਮ ਜਿਹੜਾ ਆਪਾਂ ਕਹਿੰਦੇ ਨੇ ਮਤਲਬ ਕਿ ਲੋਕਾਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਮਤਲਬ ਕਿ ਜੋਤ ਜਗਾਈ ਹੋਈ ਸੀਗੀ। ਹੁਣ ਉਹ ਜੋਤ ਜਿਹੜੀ ਹੈਗੀ ਆ ਉਹ ਚੁੱਕ ਕੇ ਕਾਫੀ ਪਿੱਛੇ ਲੈ ਗਏ, ਜਿਹੜੀ ਨਜ਼ਰ ਨਹੀਂ ਆਉਂਦੀ। ਦੂਜੇ ਸਾਈਡ ਤੇ ਲੈਫਟ ਸਾਈਡ ਤੇ ਉਹ ਇੱਕ ਜਗ੍ਹਾ ਸੀਗੀ ਜਿੱਥੇ ਖੜ ਕੇ ਡਾਇਰ ਨੇ ਮਤਲਬ ਕਿ ਗੋਲੀਆਂ ਦੇ ਵਾਸਤੇ ਮਤਲਬ ਕਿ ਚਲਾਉਣ ਦੇ ਵਾਸਤੇ ਆਪਣੀ ਉਹ ਜਿਹੜੀ ਹੈਗੀ ਹੈ ਉਹ ਰੱਖੀ ਹੋਈ ਸੀਗੀ ਤੇ ਉਹ ਪੁਆਇੰਟ ਜਿਹੜਾ ਸੀਗਾ ਉਹ ਮਤਲਬ ਕਿ ਉੱਥੋਂ ਦੀ ਹੁਣ ਚੁੱਕ ਦਿੱਤਾ ਹੈਗਾ। ਦੂਜੀ ਗੱਲ ਜਿਹੜੀ ਹੈਗਾ ਇੱਕ ਬੜਾ ਵੱਡਾ ਪਾਰਕ ਜਿਹਾ ਬਣਾਤਾ, ਕੋਈ ਚੀਜ਼ ਉੱਚਾ ਜਿਹਾ ਘਾਹ ਬਣਾਤਾ, ਮਤਲਬ ਗ੍ਰੀਨ ਜੀ ਮਤਲਬ ਕਿ ਬੈਲਟ ਬਣਾਤੀ ਛੋਟੀ ਜੀ ਇੱਕ ਆਪਾਂ ਪਹਾੜੀ ਕ੍ਰੀਏਟ ਕਰਦੇ ਹਾਂ ਜਿਵੇਂ ਮਤਲਬ ਕਿ ਸੀਨਰੀ ਬਣਾਉਣ ਵਾਸਤੇ ਵੀ ਇੱਕ ਬੜੀ ਵਧੀਆ ਸੀਨਰੀ ਜੀ ਲੱਗਦੀ ਹੈ ਅੰਦਰ ਵੜਦੇ ਤੁਹਾਡੀ ਅੱਖਾਂ ਦੇ ਸਾਹਮਣੇ ਬੜਾ ਇੱਕ ਖੂਬਸੂਰਤ ਦਾ ਦ੍ਰਿਸ਼ ਆਉਂਦਾ ਹੈਗਾ। ਉਂਝ ਉਹਨਾਂ ਨੇ 4 ਗੈਲਰੀਆਂ ਬਣਾਈਆਂ ਨੇ ਜਿਹੜਾ ਕਿ ਆਪਾਂ ਕਹਿੰਦੇ ਕਿ ਜਲਿਆਂਵਾਲੇ ਦੇ ਇਤਿਹਾਸ ਨੂੰ ਲੈ ਕੇ ਉਹਨਾਂ ਨੇ ਉਹਦੇ ਵਿੱਚ, ਪਰ ਜਿਹੜੀਆਂ ਗੱਲਾਂ ਮੈਂ ਦੱਸੀਆਂ ਤੁਹਾਨੂੰ ਜਿਹੜਾ ਇਤਿਹਾਸ ਦੱਸਿਆ ਮਤਲਬ ਰਾਮ ਨਵਮੀ ਵਾਲਾ 30 ਮਾਰਚ ਤੋਂ ਆਪਣੇ ਲੈ ਕੇ ਤੇ 9 ਅਪ੍ਰੈਲ ਤੱਕ 10 12 13 ਅਪ੍ਰੈਲ ਤੱਕ ਦਾ ਜਿਹੜਾ ਸਾਰਾ ਹੈਗਾ ਉਹ ਜਿਹੜਾ ਹੈਗਾ ਉਹ ਮਤਲਬ ਕਿ ਬੜਾ ਟੁਕੜਿਆਂ ਦੇ ਵਿੱਚ ਹੈਗਾ। ਉਸ ਤਰੀਕੇ ਦੇ ਨਾਲ ਉਹ ਸੁਨੇਹਾ ਨਹੀਂ ਦਿੰਦਾ ਜਿਹੜਾ ਕਿ ਮੈਂ ਕਿਹਾ ਵੀ ਭਾਈਚਾਰਕ ਸਾਂਝ ਦਾ ਸੁਨੇਹਾ ਦੇਵੇ। ਜੇ ਰਾਮ ਜਿਹੜੀ ਨਵਮੀ ਮਨਾਈ ਗਈ ਹੈ ਉਹਦਾ ਸੁਨੇਹਾ ਦੇਵੇ ਵੀ ਕਿਵੇਂ ਰਾਮ ਨਵਮੀ ਮਨਾਈ ਗਈ, ਕਿਵੇਂ ਮਤਲਬ ਕਿ ਆ ਮੁਸਲਮਾਨ ਪਾਣੀ ਤੇ ਹਿੰਦੂ ਪਾਣੀ ਰੱਖਿਆ ਗਿਆ। ਇਹ ਦ੍ਰਿਸ਼ ਉਹਦੇ ਵਿੱਚ ਉਹਦੇ ਵਿੱਚ ਨਹੀਂ ਹੈਗੇ। ਸਭ ਤੋਂ ਵੱਡੀ ਜਿਹੜੀ ਮਤਲਬ ਖਾਸ ਤੌਰ ਤੇ ਮੈਨੂੰ ਮਤਲਬ ਕਿ ਸਭ ਤੋਂ ਪਰੇਸ਼ਾਨ ਕਰਨ ਵਾਲੀ ਸੀਗੀ ਉਸ ਤੋਂ ਬਾਅਦ ਤੁਸੀਂ ਘੁੰਮਦੇ ਜਾਂਦੇ ਹੋ ਜਿਵੇਂ ਕਿਸੇ ਪਾਰਕ ਦੇ ਵਿੱਚ ਜਾ ਰਹੇ ਹੈਗੇ ਹੋ,
ਪਾਣੀ ਦੇ ਪੀਣ ਦੀ ਥਾਂ ਹੈਗੀ ਹੈ, ਟਾਇਲਟ ਦੀ ਥਾਂ ਹੈਗੀ ਹੈ, ਬੈਠਣ ਵਾਸਤੇ ਬੈਂਚ ਹੈਗੇ ਨੇ, ਤੇ ਅਖੀਰ ਤੇ ਲਿਖਿਆ ਬਾਹਰ ਜਾਣ ਦਾ ਰਸਤਾ। ਤੇ ਉਹ ਇੱਕ ਬਾਹਰ ਜਾਣ ਦਾ ਰਸਤਾ ਇੱਕ ਪੀੜੇ ਇੱਕ ਸ਼ਾਨਦਾਰ ਜਿਹੜਾ ਅੰਮ੍ਰਿਤਸਰ ਦਾ ਬਾਜ਼ਾਰ ਹੈ ਉਹਦੇ ਜਾ ਕੇ ਖੁੱਲ ਜਾਂਦਾ ਹੈਗਾ। ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਵੀ ਇੱਥੇ ਉਹ ਦ੍ਰਿਸ਼ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਆਉਣਾ ਚਾਹੀਦਾ ਹੈ ਵੀ ਗੋਲੀਆਂ ਚੱਲੀਆਂ ਸੀਗੀਆਂ ਤੇ ਨਿਕਲਣ ਦੀ ਕੋਈ ਥਾਂ ਨਹੀਂ ਸੀਗੀ। ਬਈ ਜੇ ਤੁਸੀਂ ਜਾ ਰਹੇ ਹੋ ਉੱਥੇ ਰਸਤੇ ਤੋਂ ਜਾ ਰਹੇ ਹੋ, ਉਸੇ ਰਸਤੇ ਤੋਂ ਵਾਪਸ ਆ ਰਹੇ ਹੋ, ਤੁਹਾਨੂੰ ਅਹਿਸਾਸ ਹੁੰਦਾ ਵੀ ਇਹ ਇੰਨੀ ਭੀੜੀ ਗਲੀ ਸੀਗੀ, ਉਹ ਵੀ ਬੰਦ ਸੀਗੀ ਉਸ ਵੇਲੇ ਜਦੋਂ ਮਤਲਬ ਕਿ ਜਨਰਲ ਡਾਇਰ ਨੇ ਇਹਦੇ ਉੱਤੇ ਗੋਲੀਆਂ ਚਲਾਈਆਂ ਸੀ। ਮਤਲਬ ਮੇਰਾ ਕਹਿਣ ਦਾ ਮਤਲਬ ਵੀ ਅਸੀਂ ਵਿਰਾਸਤ ਨੂੰ ਸੰਭਾਲਣਾ ਹੈਗਾ, ਉਹ ਵਿਰਾਸਤ ਦੱਸਣੀ ਹੈਗੀ ਹੈ। ਦੱਸਣ ਤੋਂ ਬਾਅਦ ਜਦੋਂ ਭਾਵੇਂ ਅਸੀਂ ਕਿਤਾਬਾਂ 'ਚ ਪੜ੍ਹਦੇ ਹੈਗੇ ਹਾਂ ਜਾਂ ਆਪਾਂ ਡਿਸਕਸ ਕਰ ਰਹੇ ਹੈਗੇ ਹਾਂ, ਪਰ ਇੱਕ ਤੁਸੀਂ ਆਪ ਜਾ ਕੇ ਉਹ ਦੇਖਦੇ ਹੋ ਤਾਂ ਉਹ ਅਹਿਸਾਸ ਸਾਡੇ ਅੰਦਰ ਜਾਗਣਾ ਚਾਹੀਦਾ ਹੈਗਾ। ਤੁਸੀਂ ਉੱਥੇ ਜਾ ਕੇ ਦੇਖੋ, ਉੱਥੇ ਜਾ ਕੇ ਬੈਠੋ, ਤੁਹਾਨੂੰ ਪਤਾ ਲੱਗੇ ਵੀ ਮਤਲਬ ਕਿ ਵੀ ਇਹ ਦ੍ਰਿਸ਼ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਆ ਜਾਣ, ਤੁਹਾਨੂੰ ਦੱਸਣ ਦੀ ਲੋੜ ਨਾ ਪਵੇ। ਸਾਨੂੰ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹੜੇ ਨੇ ਉਹ ਕਰਨ ਦੀ ਲੋੜ ਨਾ ਪਵੇ। ਉਹ ਠੀਕ ਹੈ ਕਿ ਉਹ ਐਡੀਸ਼ਨਲੀ ਮਤਲਬ ਕਿ ਆਪਣਾ ਕੰਮ ਕਰ ਸਕਦੇ ਨੇ। ਤੁਸੀਂ ਵਿੱਚੇ ਮਤਲਬ ਕਿ ਲੇਖਸ ਲਗਾ ਸਕਦੇ ਹੋ, ਦੱਸ ਸਕਦੇ ਹੋ ਵੀ ਇੱਥੇ ਆਹ ਗੱਲ ਹੈਗੀ, ਇੱਥੇ ਇਹ ਗੱਲ ਹੈਗੀ ਹੈ, ਪਰ ਫਿਰ ਵੀ ਮਤਲਬ ਕਿ ਜਿਹੜਾ ਬੈਟਰ ਤਾਂ ਇਹੀ ਹੈਗਾ ਕਿ ਉਹ ਜਿਹੜਾ ਦ੍ਰਿਸ਼ ਹੈਗਾ ਉਹ ਤੁਹਾਡੇ ਸਾਹਮਣੇ ਉਜਾਗਰ ਹੋਵੇ ਜਦੋਂ ਤੁਸੀਂ ਉਸ ਥਾਂ ਤੇ ਜਾਓ। ਇਕੱਲੇ ਜਲਿਆਂਵਾਲੇ ਬਾਗ ਦੀ ਗੱਲ ਨਹੀਂ, ਕੋਈ ਵੀ ਵਿਰਾਸਤ ਜਿਹੜੀ ਹੈਗੀ ਹੈ, ਜਿਹੜੀ ਹੁਣ ਅਸੀਂ ਦੇਖ ਰਹੇ ਹਾਂ, ਸੁਣ ਵੀ ਰਹੇ ਹਾਂ ਕਿ ਈਵਨ ਮਤਲਬ ਕਿ ਜਿਹੜੇ ਆਪਣਾ ਸ਼ਹੀਦੀ ਸਮਾਰਕ ਆਪਣੇ ਸਾਹਿਬਜ਼ਾਦਿਆਂ ਦੀ ਹੈਗੀ ਹੈ ਚਮਕੌਰ ਸਾਹਿਬ ਦੇ ਵਿੱਚ, ਉਹ ਵੀ ਕਈ ਲੋਕੀ ਕਹਿੰਦੇ ਨੇ ਪਰੇਸ਼ਾਨ ਕਰਨ ਵਾਲੀ ਹੈਗੀ ਹੈ ਕਿ ਉੱਥੇ ਸੰਗਮਰਮਰ ਲਗਾਤੇ, ਕੁਛ ਹੋਰ ਲਗਾਤਾ। ਤੇ ਇਸ ਤਰੀਕੇ ਨਾਲ ਉਹਨੂੰ ਵਧੀਆ ਚਮਕਾ ਤਾਂ ਅਸੀਂ ਜ਼ਰੂਰ ਦਿੱਤਾ, ਪਰ ਜੋ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਜਾਂ ਜੋ ਸੁਨੇਹਾ ਲੈਣਾ ਚਾਹੁੰਦੇ ਹਾਂ ਉਹਦੇ 'ਚ ਅਸੀਂ ਮਤਲਬ ਕਿ ਕਿਤੇ ਮਤਲਬ ਇੱਕ ਖਾਮੀ ਕ੍ਰੀਏਟ ਕਰ ਲੈਂਦੇ ਹਾਂ। ਹਾਂਜੀ, ਮੈਂ ਤੁਹਾਡੀ ਗੱਲ ਦਾ ਮਤਲਬ ਸਮਝ ਗਿਆ ਕਿ ਕਿਸੇ ਵੇਲੇ ਤੁਹਾਡੇ ਪੁੱਤਰ ਦੇ ਮਿੱਤਰ ਆਏ ਤੇ ਉਹ ਜਲਿਆਂਵਾਲੇ ਬਾਗ ਦਰਸ਼ਨ ਕਰਨ ਗਏ, ਉਸ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਗਏ ਤੇ ਉੱਥੇ ਜਾ ਕੇ ਜਿੱਦਾਂ ਸ਼ਰਧਾ ਦੇ ਨਾਲ ਅਸੀਂ ਸਿਰ ਢੱਕਦੇ ਹਾਂ, ਪੈਰ ਧੋਨੇ ਹਾਂ ਤੇ ਉਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ, ਤੇ ਉਹਨਾਂ ਦੇ ਮਨ 'ਚ ਇਹੀ ਸੀ ਕਿ ਇਹ ਜਿਹੜਾ ਸ਼ਹੀਦੀ ਸਮਾਰਕ ਹੈ ਜਲਿਆਂਵਾਲਾ ਬਾਗ, ਇੱਥੇ ਵੀ ਅਸੀਂ ਸ਼ਰਧਾਂਜਲੀ ਦੇਣ ਜਾ ਰਹੇ ਹਾਂ ਸ਼ਹੀਦਾਂ ਨੂੰ, ਕਿਉਂਕਿ ਇੱਥੇ ਐਡਾ ਵੱਡਾ ਸਾਕਾ ਵਾਪਰਿਆ ਹੈ, ਐਡੀ ਵੱਡੀ ਘਟਨਾ ਘਟੀ ਹੈ। ਪਰ ਉੱਥੇ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਲੋਕਾਂ ਦੇ ਦਿਲ ਦੇ ਅੰਦਰ ਕੋਈ ਸ਼ਰਧਾ ਨਹੀਂ, ਕੋਈ ਭਾਵਨਾ ਨਹੀਂ, ਬਸ ਉਹ ਇੱਦਾਂ ਆਏ ਨੇ ਜਿੱਥੇ ਉਹ ਘੁੰਮਣ ਫਿਰਨ ਆਏ ਹੋਏ ਨੇ, ਕੋਈ ਟਹਿਲਣ ਆਏ ਹੋਏ ਨੇ, ਕੋਈ ਮਸਤੀ ਕਰਨ ਆਏ ਨੇ। ਤੇ ਫਿਰ ਉਸ ਤੋਂ ਬਾਅਦ ਜਦੋਂ ਨਵੀਨੀਕਰਨ ਹੁੰਦਾ ਹੈ ਜਲਿਆਂਵਾਲੇ ਬਾਗ ਦਾ, ਤਾਂ ਉਹ ਸਾਰੀ ਜੋ ਸੱਚਾਈ ਹੈ ਉਹ ਸਾਹਮਣੇ ਨਹੀਂ ਆ ਰਹੀ, ਉਹ ਕਿਤੇ ਛੁਪ ਗਈ ਹੈ ਉਸ ਚਮਕ ਦਮਕ ਦੇ ਵਿੱਚ ਜੋ ਨਵੀਨੀਕਰਨ ਦੇ ਨਾਂ ਦੇ ਉੱਤੇ ਜਲਿਆਂਵਾਲੇ ਬਾਗ ਦੇ ਵਿੱਚ ਕੀਤੀ ਗਈ। ਤੇ ਉਹ ਫੀਲਿੰਗ, ਉਹ ਭਾਵਨਾ ਨਹੀਂ ਆਉਂਦੀ ਜੋ ਉਸ ਵੇਲੇ ਦੀ ਸਾਡੇ ਅੰਦਰ ਆਉਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ, ਹਿੰਸਾ ਕੀਤੀ ਗਈ, ਲੋਕਾਂ ਦੇ ਉੱਤੇ ਕਿਸ ਤਰ੍ਹਾਂ ਜ਼ੁਲਮ ਕੀਤਾ ਗਿਆ, ਕਿਸ ਤਰ੍ਹਾਂ ਗੋਲੀ ਚਲਾਈ ਗਈ। ਤਾਂ ਉਹ ਸਾਰੀ ਭਾਵਨਾ ਸਾਡੇ ਅੰਦਰ ਜਾਗਰਿਤ ਹੋਣੀ ਚਾਹੀਦੀ ਹੈ। ਇਸ ਕਰਕੇ ਉਸ ਸਮਾਰਕ ਨੂੰ ਉਵੇਂ ਹੀ ਰੱਖਿਆ ਜਾਣਾ ਚਾਹੀਦਾ ਸੀ ਜਿਵੇਂ ਉਹ ਸੱਚਮੁੱਚ ਸੀ, ਜਿਵੇਂ ਉਹ ਓਰੀਜਨਲੀ ਸੀ। ਉਹਦੇ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ ਸੀ। ਤੇ ਹੁਣ ਜੋ ਛੇੜਛਾੜ ਕੀਤੀ ਗਈ ਹੈ, ਉਹਦੀ ਓਰੀਜਨੈਲਿਟੀ, ਉਹਦੀ ਸੱਚਾਈ ਇੱਕ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ ਤੁਹਾਡੇ ਮੁਤਾਬਿਕ। ਹਾਂਜੀ, ਮੈਂ ਦੱਸਿਆ ਕਿ ਬਿਲਕੁਲ, ਮੈਂ ਕਹਿੰਦਾ ਵੀ ਦੇਖੋ ਨਿੱਕੀਆਂ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਨੇ, ਪਰ ਮੈਂ ਕਿਹਾ ਜਿਹੜੀ ਗੱਲ ਨੇ ਮੈਨੂੰ ਸਭ ਤੋਂ ਵੱਧ ਪਰੇਸ਼ਾਨ ਕੀਤਾ ਉਹ ਹੈਗਾ ਸੀ ਬਾਹਰ ਜਾਣ ਦਾ ਰਸਤਾ। ਉਹ ਬਾਹਰ ਜਾਣ ਦਾ ਰਸਤਾ ਜਿਹੜਾ ਹੈ ਉਹ ਤਾਂ ਮੈਂ, ਜੇ ਕੋਈ ਅੱਜ ਮੈਨੂੰ ਕਹੇ ਤੁਹਾਡੀ ਕੀ ਮੰਗ ਹੈਗੀ ਹੈ ਇਸ 'ਚ ਆਪਾਂ ਨੂੰ ਕੀ ਕਰੀਏ, ਉਹਦੇ ਸਭ ਤੋਂ ਪਹਿਲੀ ਮੰਗ ਹੈਗੀ ਹੈ ਕਿ ਬਾਹਰ ਜਾਣ ਵਾਲਾ ਰਸਤਾ ਜਿਹੜਾ ਹੈਗਾ ਉਹ ਬੰਦ ਹੋਣਾ ਚਾਹੀਦਾ ਹੈ। ਤੇ ਇਸ ਕਰਕੇ ਉਹ ਜਿਹੜੀ ਘੱਟੋ ਘੱਟ ਇੱਕ ਫੀਲਿੰਗ ਇਹ ਤਾਂ ਆਉਣੀ ਚਾਹੀਦੀ ਹੈਗੀ ਹੈ ਵੀ ਜਿਹੜੀ ਮਤਲਬ ਕਿ ਆਪਾਂ ਸੋਚੀਏ ਕਿ ਵੀ ਉਸ ਥਾਂ ਦੇ ਵਿੱਚ ਜਾ ਕੇ ਵੀ ਇਹ ਉਹ ਥਾਂ ਹੈਗੀ ਹੈ ਜਿੱਥੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਸੀਗਾ, ਤੇ ਜਿਹੜਾ ਜਿੰਨਾ ਕਿ ਰਸਤਾ ਸੀਗਾ ਛੋਟਾ ਜਿਹਾ ਭੀੜੀ ਜਿਹੀ ਗਲੀ, ਉਹ ਤੁਹਾਨੂੰ ਭੀੜੀ ਗਲੀ ਦਾ ਵੀ ਅਹਿਸਾਸ ਤਾਂ ਹੀ ਹੋਊਗਾ ਕਿਉਂਕਿ ਹੁਣ ਉਹਨੂੰ ਉਸ ਤਰ੍ਹਾਂ ਦੀ ਹੈਗੀ ਹੈ ਕਿ ਉਹ ਖੁੱਲੀ ਨਹੀਂ ਹੋ ਸਕਦੀ, ਨਹੀਂ ਤਾਂ ਇਹ ਖੁੱਲਾ ਕਰ। ਪਰ ਉਹਨਾਂ ਨੇ ਇੱਕ ਵਾਰੀ ਪਹਿਲਾਂ ਨਾਲ ਇੱਕ ਗੈਲਰੀ ਬਣਾਈ ਸੀਗੀ ਜਿਹਦੇ ਜਦੋਂ VIP ਆਉਂਦੇ ਆ, ਜਦੋਂ 13 ਅਪ੍ਰੈਲ ਨੂੰ ਕੁਝ ਉਹਨਾਂ ਦੇ ਜਾਣ ਦਾ ਵਾਸਤੇ ਉਹਨਾਂ ਨੇ ਪਹਿਲਾਂ ਹੀ ਇੱਕ ਬਣਾਈ ਹੋਈ ਸੀਗੀ, ਪਰ ਉਹ ਚਲੋ ਠੀਕ ਹੈ ਕਿ ਉਹ ਕਦੀ ਖੁੱਲਦੀ ਸੀਗੀ ਵੀ ਉਹ ਵਾਪਸੀ ਦਾ ਰਸਤਾ ਜਿਹੜਾ ਜਾਣ ਦਾ ਉਹ VIP ਤੋਂ ਲੈ ਜਾਂਦੇ ਸੀਗੇ। ਵੈਸੇ ਤਾਂ ਉਹ ਵੀ ਮਤਲਬ ਕਿ ਉਹਨਾਂ ਨੇ ਗਲਤ ਕੀਤਾ ਸੀਗਾ, ਪਰ ਉਹ ਆਮ ਜਨਤਾ ਦੇ ਵਾਸਤੇ ਨਹੀਂ ਸੀਗਾ। ਇੱਕ ਆਮ ਜਨਤਾ ਜਿਹੜੀ ਸੀਗੀ ਉਹ ਉਸੇ ਭੀੜੀ ਗਲੀ ਵਿੱਚੋਂ ਦੀ ਜਾਂਦੀ ਸੀਗੀ, ਪਰ ਕਿਉਂਕਿ ਨਾ ਉਹ ਭੀੜੀ ਗਲੀ ਨੂੰ ਹੁਣ ਉਹ ਖੁੱਲਾ ਨਹੀਂ ਹੋ ਸਕਦੀ, ਇਸ ਕਰਕੇ ਨਹੀਂ ਤਾਂ ਇਹ ਵੀ ਕਾਰਨ ਦਿੰਦੇ, ਕੋਈ ਮਤਲਬ ਕਿ ਸਰਕਾਰਾਂ ਦਾ ਪਤਾ ਨਹੀਂ ਹੁੰਦਾ। ਪਰ ਜਿਹੜਾ ਬਾਹਰ ਜਾਣ ਦਾ ਰਸਤਾ ਵੀ ਉਹਨਾਂ ਨੇ ਉਸੇ ਮਕਸਦ ਦੀ ਗੱਲ ਹੈਗੀ ਹੈ ਕਿ ਤੁਹਾਡੇ ਮਨ ਦੇ 'ਚ ਉਹ ਭਾਵਨਾ ਨਾ ਆਵੇ, ਤਾਂ ਕਿ ਉਹ ਜਿਹੜੀ ਉਹ ਦੱਸਣਾ ਚਾਹੁੰਦੇ ਹੈਗੇ ਨੇ ਜਿਹੜੀ ਕਿ ਆਪਾਂ ਨੂੰ ਮਤਲਬ ਕਿ ਬਚਾ ਕੇ ਰੱਖਣੀ ਚਾਹੀਦੀ ਹੈ। ਦੇਖੋ ਵਰਲਡ ਓਵਰ ਜਿਹੜਾ ਹੈਗਾ ਇੱਕ ਡਿਪਾਰਟਮੈਂਟ ਆਪਣੇ ਵੀ ਹੈਗਾ, ਐਸਟ੍ਰੋਲੋਜੀਕਲ ਡਿਪਾਰਟਮੈਂਟ ਹੈ ਨਾ, ਤੇ ਵਰਲਡ ਓਵਰ ਵੀ ਹੈਗਾ ਜਿਹਨੂੰ ਮਤਲਬ ਕਿ ਜਿਹੜੇ ਮਤਲਬ ਕਿ ਸੰਭਾਲਦੇ ਨੇ, ਸੰਭਾਲਣ ਦੇ ਤਰੀਕੇ ਵੀ ਦੱਸਦੇ ਨੇ, ਤੇ ਕਈ ਵਾਰੀ ਉਹ ਦੇਖਦੇ ਨੇ ਵੀ ਇੰਟਰਨੈਸ਼ਨਲ
ਮਤਲਬ ਕਿ ਇੰਪੋਰਟੈਂਸ ਦੀ ਇੱਕ ਮਤਲਬ ਕਿ ਇਵੈਂਟ ਹੈਗੀ ਹੈ, ਉਹ ਕਈ ਵਾਰੀ ਆਪ ਵੀ ਕਹਿ ਦਿੰਦੇ ਵੀ ਅਸੀਂ ਸਾਂਭਾਂਗੇ, ਇਹਦਾ ਜ਼ਿੰਮਾ ਅਸੀਂ ਲੈਂਦੇ ਹਾਂ, ਇਹਨੂੰ ਅਸੀਂ ਮੇਨਟੇਨ ਕਰਾਂਗੇ। ਤੇ ਅਸੀਂ ਕਈ ਵਾਰੀ ਉਹਨਾਂ ਨੂੰ ਦਿੰਦੇ ਹਾਂ, ਕਈ ਵਾਰੀ ਨਹੀਂ ਦਿੰਦੇ ਆਪਣੀ, ਕਿਉਂਕਿ ਨੈਚੁਰਲੀ ਹੁਣ ਜਿਹੜੀ ਇੰਟਰਨੈਸ਼ਨਲ ਏਜੰਸੀ ਹੈਗੀ ਹੈ, ਉਹ ਆਪੇ ਤਾਂ ਕੋਈ ਥਾਂ ਲੈ ਨਹੀਂ ਸਕਦੀ। ਜਿਵੇਂ ਉਹਨਾਂ ਨੇ ਕਈ ਵਾਰੀ ਗੁਰਦੁਆਰੇ ਮੰਗੇ ਆ, ਤਾਂ ਨੈਚੁਰਲੀ ਐਸਜੀਪੀਸੀ ਕਹਿੰਦੀ ਵੀ ਅਸੀਂ ਆਪ ਬੜੇ ਸક્ષਮ ਹੈਗੇ ਆ, ਅਸੀਂ ਆਪੇ ਗੁਰਦੁਆਰੇ ਮੇਨਟੇਨ ਕਰਾਂਗੇ। ਪਰ ਉਹ ਕਈ ਵਾਰੀ ਡਰ ਹੁੰਦਾ ਹੈ ਵੀ ਇਹ ਸਹੀ ਮਾਇਨੇ ਦੇ ਵਿੱਚ ਅਸਲ ਦੇ ਵਿੱਚ ਇਹਦੀ ਰੂਹ ਜਿਹੜੀ ਹੈਗੀ ਬਚਾ ਕੇ ਰੱਖਣਗੇ। ਤੇ ਕਿਉਂਕਿ ਉਹਨਾਂ ਦੇ ਕੋਲੋਂ ਅੰਤਰਰਾਸ਼ਟਰੀ ਮਾਹਰ ਵੀ ਹੁੰਦੇ ਨੇ, ਉਹ ਇੰਪੋਰਟੈਂਸ ਵੀ ਜਾਣਦੇ ਨੇ ਇਹਨਾਂ ਚੀਜ਼ਾਂ ਦੀ, ਵਿਰਾਸਤ ਨੂੰ ਬਚਾ ਕੇ ਰੱਖਣ ਦੀ, ਵਿਰਾਸਤੀ ਇਮਾਰਤਾਂ ਨੂੰ ਬਚਾ ਕੇ ਰੱਖਣ ਦੀ। ਕਿਉਂਕਿ ਆਪਾਂ ਇਕੱਲਾ ਇਤਿਹਾਸ ਜਿਹੜਾ ਹੈਗਾ ਨਾ, ਉਹ ਸਿਰਫ ਕਿਤਾਬਾਂ ਵਿੱਚ ਹੀ ਨਹੀਂ ਪੜ੍ਹਿਆ ਜਾਂਦਾ। ਅਸੀਂ ਇੱਕ ਦੂਜੇ ਤੋਂ ਸੁਣ ਕੇ ਵੀ ਇਤਿਹਾਸ, ਮਤਲਬ ਕਿ ਜਿਹੜੀ ਆਪਾਂ ਗੱਲ ਕਰਦੇ, ਕਿਉਂਕਿ ਇਹ ਹੁਣ ਘਟਨਾ ਦਾ ਮਤਲਬ ਕਿ 100 ਸਾਲ ਹੀ ਹੋਏ ਨੇ, ਸਮਝੋ 103-4 ਸਾਲ 1919 ਤੇ 2019 ਚ 100 ਸਾਲ ਹੋਣੇ ਸੀਗੇ, ਤੇ 102 ਸਾਲ ਹੀ ਹੋ ਗਏ ਨੇ। ਉਹ ਪਰਿਵਾਰ ਹਜੇ ਤੱਕ ਜਿੰਦਾ ਨੇ, ਜਿਨ੍ਹਾਂ ਦੇ ਉੱਥੇ ਮਤਲਬ ਕਿ ਮਾਪੇ ਜਿਹੜੇ ਨੇ, ਉਹਨਾਂ ਦੇ ਮਾਂ-ਪਿਓ ਉਸ ਜਲਸੇ ਸੀਗੇ ਤੇ ਮਾਰੇ ਗਏ ਸੀਗੇ, ਸ਼ਹੀਦ ਹੋਏ ਸੀਗੇ। ਉਹ ਇੱਕ ਆਪਣੀ ਵੱਖਰੀ ਲੜਾਈ ਲੜ ਰਹੇ ਨੇ, ਆਪਣੇ ਆਪ ਨੂੰ ਸ਼ਹੀਦੀ ਦਾ ਉਹਨਾਂ ਦਾ ਦਰਜਾ ਲੈਣ ਦੇ ਵਾਸਤੇ ਉਹ ਕਰ ਰਹੇ ਨੇ। ਕਹਿਣ ਦਾ ਮਤਲਬ ਉਹ ਜੇ ਜਿੰਦਾ ਨੇ, ਸਾਡੇ ਕੋਲ ਆਈ ਵਿਟਨੈਸ ਮਤਲਬ ਕਿ ਕਹਿਣ ਦਾ ਮਤਲਬ ਹੈਗੇ ਨੇ, ਉਹ ਹੁਣ ਉਹ ਕਿੰਨੇ ਪਰੇਸ਼ਾਨ ਹੋ ਰਹੇ ਹੋਣਗੇ। ਹਜੇ ਤਾਂ ਅਸੀਂ ਤਾਂ ਚਲੋ ਮਤਲਬ ਕਿ ਹੈਗੇ ਸਿਰਫ ਇੱਕ ਵੱਖਰੇ ਨਜ਼ਰੀਏ ਤੋਂ ਉਸ ਬਾਗ ਨੂੰ ਦੇਖਦੇ ਹਾਂ। ਜਿਵੇਂ ਕਿ ਵੀ ਮੈਂ ਤਾਂ ਕਿਤਾਬ ਵਿੱਚ ਪੜ੍ਹਿਆ, ਤੇ ਇੱਥੇ ਅੰਮ੍ਰਿਤਸਰ 'ਚ ਆ ਕੇ ਜਦੋਂ ਪਹਿਲੀ ਵਾਰੀ ਦੇਖਿਆ, ਤੇ ਉਦੋਂ ਹੋਰ ਸੀਗਾ, ਤੇ ਹੁਣ ਜਦੋਂ ਨਵੀਨੀਕਰਨ ਹੋ ਗਿਆ ਤਾਂ ਉਹਦੇ ਬਿਲਕੁਲ ਹੀ ਆਪਾਂ ਕਹਿੰਦੇ ਵੀ ਉਹਦੀ ਰੂਹ ਹੀ ਮਾਰਤੀ ਹੈਗੀ ਹੈ। ਮਤਲਬ ਕਿ ਜੋ ਅਸਲ ਦੇ ਵਿੱਚ ਆਪਾਂ ਇਤਿਹਾਸ ਨੂੰ ਸੰਭਾਲ ਕੇ ਰੱਖਣ ਦੀ, ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ, ਇਤਿਹਾਸ ਤੋਂ ਅਸੀਂ ਸਿੱਖਣਾ ਹੁੰਦਾ ਹੈਗਾ, ਭਾਵੇਂ ਅਸੀਂ ਕਿਤਾਬੀ ਇਤਿਹਾਸ ਹੋਵੇ, ਚਾਹੇ ਲੋਕਾਂ ਤੋਂ ਸੁਣਿਆ ਹੋਇਆ ਇਤਿਹਾਸ ਹੋਵੇ, ਤੇ ਚਾਹੇ ਉਸ ਥਾਂ ਦੇ ਉੱਤੇ ਜਾ ਕੇ ਅਸੀਂ ਉਸ ਇਤਿਹਾਸ ਨੂੰ ਫਿਰ ਦੁਬਾਰਾ ਜਿੰਦਾ ਕੇ ਹੁੰਦੇ ਹੋਏ ਦੇਖ ਸਕੀਏ। ਸੋ ਸਰ, ਇੱਕ ਚੀਜ਼ ਜੋ ਜਾਂਦੇ ਜਾਂਦੇ ਇੱਕ ਬਰੀਫਿੰਗ ਦੇ ਦਿਓ ਸਾਨੂੰ ਕਿ ਇਹ ਜੋ ਸਾਰੀ ਘਟਨਾ ਹੋਈ ਹੈ ਨਵੀਨੀਕਰਨ ਦੀ, ਇਹ ਕਿਸੇ ਨਾਦਾਨੀ ਕਰਕੇ ਹੋਈ ਹੈ, ਨਾ ਸਮਝੀ ਕਰਕੇ ਹੋਈ ਹੈ, ਜਾਂ ਫਿਰ ਸੋਚ ਸਮਝ ਕੇ ਇਹ ਨਵੀਨੀਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਅਸੀਂ ਇਤਿਹਾਸ ਤੋਂ ਟੁੱਟ ਜਾਈਏ? ਇਹ ਦੇਖੋ, ਆਪਾਂ ਨੂੰ ਪਤਾ ਵੀ ਜਿਹੜੇ ਸਰਕਾਰਾਂ ਦਾ ਜਿਹੜਾ ਅਲੱਗ-ਅਲੱਗ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ, ਹੁਣ ਸਰਕਾਰ ਜਿਹੜੀ ਆਉਂਦੀ ਹੈਗੀ ਹੈ, ਉਹਦਾ ਕੀ ਮਕਸਦ ਹੈਗਾ, ਉਹਦੇ ਦਿਮਾਗ ਦੇ ਵਿੱਚ ਕੀ ਹੈਗਾ। ਪਰ ਜੋ ਆਪਾਂ ਹੁਣ ਪਿਛਲੇ ਕੁਝ ਸਮੇਂ ਤੋਂ ਘਟਨਾਕ੍ਰਮ ਦੇਖ ਰਹੇ ਹੈਗਾ ਦੇਸ਼ ਦਾ, ਤਾਂ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਮਤਲਬ ਕਿ ਸੋਚ ਸਮਝ ਕੇ, ਜਿਵੇਂ ਲੋਕਾਂ ਦੇ ਆਪਾਂ ਹੁਣ ਵੀ, ਜਦੋਂ ਮੈਂ ਮਤਲਬ ਕਿ ਰੋਲ ਟੈਕਸ ਦੀ ਗੱਲ ਕਰਦਾ, ਤੇ ਮੈਨੂੰ ਯੂਏਪੀਏ ਯਾਦ ਆ ਜਾਂਦਾ, ਜਿਹੜਾ ਅੱਜ ਹਿੰਦੁਸਤਾਨ ਵਿੱਚ ਹੈਗਾ। ਤਾਂ ਨੈਚੁਰਲੀ ਉਸ ਯੂਏਪੀਏ ਦੇ ਖਿਲਾਫ ਵੀ ਲੋਕੀ ਬੋਲਣਾ ਚਾਹੁੰਦੇ ਹੈਗੇ ਨੇ, ਤਾਂ ਉਹ ਮਤਲਬ ਕਿ ਜਲਿਆਂਵਾਲੇ ਬਾਗ ਤੋਂ ਪ੍ਰੇਰਨਾ ਲੈ ਸਕਦੇ ਨੇ। ਤੇ ਸਾਨੂੰ ਮਤਲਬ ਕਿ ਇਹੋ ਜਿਹੀਆਂ ਥਾਵਾਂ ਪ੍ਰੇਰਨਾ ਦਿੰਦੀਆਂ ਨੇ। ਤੇ ਨੈਚੁਰਲੀ ਸੱਤਾ ਜਿਹੜੀ ਚਾਹੁੰਦੀ ਹੁੰਦੀ ਹੈ ਵੀ ਉਹ ਇਹ ਨਹੀਂ ਚਾਹੁੰਦੀ ਹੁੰਦੀ ਕਿ ਲੋਕੀ ਫਿਰ ਉਸ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਮਤਲਬ ਕਿ ਸਾਡੇ ਵਿਰੋਧ ਵਿੱਚ ਲੜਨ। ਪਰ ਉਹ ਗੱਲ ਵੱਖਰੀ ਹੈ ਕਿ ਵੀ ਜਿਹੜੀ ਹੈਗੀ ਹੈ, ਸਰਕਾਰਾਂ ਦੀ ਮਨਸ਼ਾ ਹੋਰ ਹੋ ਸਕਦੀ ਹੈ, ਪਰ ਲੋਕਾਂ ਦੀ ਜਿਹੜੀ ਆਪਣੀ ਹੈਗੀ ਹੈ ਯਾਦਦਾਸ਼ਤ, ਲੋਕਾਂ ਦੀ ਆਪਣੀ ਸੋਚ ਹੈਗੀ ਹੈ। ਜਿਸ ਤਰ੍ਹਾਂ ਮੈਂ ਦੱਸਿਆ ਵੀ ਜਲਿਆਂਵਾਲੇ ਬਾਗ ਦੇ ਦਾ ਪਰਿਵਾਰ ਹਜੇ ਤੱਕ ਮਤਲਬ ਕਿ ਬੈਠੇ ਨੇ, ਵਿਟਨੈਸ ਨੇ, ਆਈ ਵਿਟਨੈਸ ਨੇ, ਜਿਨ੍ਹਾਂ ਨੇ ਆਪਣੇ ਮਾਂ-ਬਾਪ ਤੇ ਖੋਏ ਹੈਗੇ ਨੇ, ਉਹ ਹਜੇ ਤੱਕ ਹੈਗੇ ਨੇ। ਇਸ ਕਰਕੇ ਤੁਸੀਂ ਉਸ ਇਤਿਹਾਸ ਨੂੰ ਮਤਲਬ ਕਿ ਜਿੰਨਾ ਮਰਜ਼ੀ ਤੋੜ ਮਰੋੜ ਲਓ, ਪਰ ਜਿਹੜਾ ਇਤਿਹਾਸ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ, ਉਹ ਕਿਤੇ ਨਹੀਂ ਜਾਇਆ ਕਰਦਾ। ਮੈਂ ਅਖੀਰ ਤੇ ਮਤਲਬ ਕਿ 1-2 ਮਿੰਟ ਲਊਂਗਾ ਕਿ ਮੈਂ ਕੋਈ ਛੋਟੀ ਜਿਹੀ ਕਵਿਤਾ ਲਿਖੀ ਸੀਗੀ, ਥੋੜਾ ਹਿੱਸਾ ਸੁਣਾਵਾਂ। ਯਾਦ ਰੱਖਣਾ ਚਾਹੀਦਾ ਹੈ ਕੁਰਬਾਨੀਆਂ ਨੂੰ, ਜੋ ਮਨੁੱਖੀ ਜ਼ਮੀਰ ਨੂੰ ਬਚਾਉਣ ਲਈ ਹੁੰਦੀਆਂ ਨੇ। ਯਾਦ ਰੱਖਣਾ ਚਾਹੀਦਾ ਹੈ ਉਹਨਾਂ ਕੁਰਬਾਨੀਆਂ ਨੂੰ ਜੋ ਮਨੁੱਖੀ ਜ਼ਮੀਰ ਨੂੰ ਬਚਾਉਣ ਲਈ ਹੁੰਦੀਆਂ ਨੇ। ਯਾਦ ਰੱਖਣਾ ਚਾਹੀਦਾ ਹੈ ਤਸ਼ੱਦਦ ਦੀਆਂ ਵਾਰਦਾਤਾਂ ਨੂੰ, ਜੋ ਮਨੁੱਖ ਨੂੰ ਮਨੁੱਖ ਨਹੀਂ ਸਮਝਦੀਆਂ। ਉਹਨਾਂ ਡਾਂਗਾ, ਤਲਵਾਰਾਂ, ਗੋਲੀਆਂ ਨੂੰ ਜੋ ਸਰੀਰ ਤੋਂ ਬਾਅਦ ਰੂਹ ਨੂੰ ਝੰਜੋੜਦੀਆਂ ਨੇ। ਯਾਦ ਰੱਖਣਾ ਚਾਹੀਦਾ ਹੈ ਉਹਨਾਂ ਜ਼ਖਮਾਂ ਨੂੰ, ਉਹ ਭਾਵੇਂ ਨਿਸ਼ਾਨ ਨਹੀਂ ਛੱਡਦੇ, ਉਹ ਭਾਵੇਂ ਕਿਸੇ ਦੀ ਨਜ਼ਰ ਨਹੀਂ ਚੜ੍ਹਦੇ, ਪਰ ਹਰ ਵੇਲੇ ਰਹਿੰਦੇ ਨੇ ਉਹਨਾਂ ਦੀ ਚੀਜ਼ ਮਹਿਸੂਸ। ਤੇ ਬਾਕੀ ਕੁਝ ਹਿੱਸਾ ਮੈਂ ਕਰਕੇ ਆਖਰੀ ਜਿਹੜੇ ਨੇ ਉਹ ਕਰਦਾ ਕਿ ਸੱਤਾ ਨੂੰ ਯਾਦ ਰਹਿੰਦਾ ਹੈ ਡਾਇਰ ਦਾ ਬਿਆਨ। ਸੱਤਾ ਨੂੰ ਯਾਦ ਰਹਿੰਦਾ ਹੈ ਕਿ ਕਿਵੇਂ ਕਰਨਾ ਹੈ ਡਾਇਰ ਨੂੰ, ਉਸਦੀ ਸਾਥੀਆਂ ਨੂੰ ਮੁਹਾਵ। ਪਰ ਲੋਕਾਂ ਨੂੰ ਯਾਦ ਰਹਿੰਦਾ ਹੈ ਕਿਵੇਂ ਬਣਦੇ ਨੇ ਇਤਿਹਾਸ, ਕਿਵੇਂ ਵਿਗੜਦੇ ਨੇ ਇਤਿਹਾਸ। ਲੋਕਾਂ ਨੂੰ ਯਾਦ ਰਹਿੰਦਾ ਹੈ ਕਿਵੇਂ ਬਣਦੇ ਨੇ ਇਤਿਹਾਸ, ਕਿਵੇਂ ਬਦਲਦੇ ਨੇ ਇਤਿਹਾਸ। ਜਦੋਂ ਸੱਤਾ ਬਦਲਦੀ ਹੈ ਇਤਿਹਾਸ, ਜਦੋਂ ਸੱਤਾ ਵਿਗਾੜਦੀ ਹੈ ਇਤਿਹਾਸ, ਲੋਕਾਂ ਨੂੰ ਨਹੀਂ ਭੁੱਲਦਾ, ਲੋਕਾਂ ਦੇ ਮਨਾਂ ਵਿੱਚੋਂ ਦੀ ਨਹੀਂ ਉੱਠਦਾ, ਨਹੀਂ ਮਿਟਦਾ, ਚੇਤੇ ਵਿੱਚ ਪਿਆ ਰਹਿੰਦਾ ਹੈ। ਸਗੋਂ ਹੋਰ ਵੱਧ ਉਹ ਰਫ਼ਤਾਰ ਦੇ ਨਾਲ ਅੱਗੇ ਵੱਧਦਾ ਹੈ, ਅੱਗੇ ਤੁਰਦਾ ਹੈ, ਅੱਗੇ ਚੱਲਦਾ ਹੈ।
ਤੇ ਜੀ। ਇਸ ਕਰਕੇ ਹਾਂ ਇਹ ਸੀਗਾ ਮਤਲਬ ਕਿ ਹਾਂ ਵੀ ਸਾਨੂੰ ਜਿਹੜੀ ਵਿਰਾਸਤ ਜਿਹੜੀ ਹੈਗੀ ਹੈ ਉਹ ਸਾਨੂੰ ਕੀ ਦਿੰਦੀ ਹੈ, ਕੀ ਸਬਕ ਸਿਖਾਉਂਦੀ ਹੈ, ਉਹ ਸਬਕ ਸਿੱਖਣਾ ਬਹੁਤ ਜ਼ਰੂਰੀ ਹੈ। ਤੇ ਇਸ ਕਰਕੇ ਅਸੀਂ ਵਿਰਾਸਤ ਨੂੰ ਬਚਾ ਕੇ ਰੱਖਣ ਦੀ ਗੱਲ ਕਰਦੇ ਹੈਗੇ ਹਾਂ। ਅਸੀਂ ਆਪਣੇ ਮਤਲਬ ਕਿ ਘਰ ਦੇ ਵਿੱਚ ਜਦ ਹਰੇਕ ਘਰ ਦੇ ਵਿੱਚ ਆਪਣੀ ਵਿਰਾਸਤ ਹੁੰਦੀ ਹੈ। ਮੇਰੇ ਪਿਤਾ ਜੀ ਮੇਰੀ ਮਤਲਬ ਤੋਂ ਮਤਲਬ ਕਿ ਵਿਰਾਸਤ ਸੀਗੇ, ਅਸੀਂ ਕੀ ਉਹਨਾਂ ਤੋਂ ਲਿਆ ਹੈ ਨਾ। ਅਸੀਂ ਜੀ ਉਹਨਾਂ ਨੇ ਕੁਝ ਸਾਨੂੰ ਚੰਗੀਆਂ ਆਦਤਾਂ ਸਿਖਾਈਆਂ ਨੇ, ਅਸੀਂ ਵਾਰ-ਵਾਰ ਯਾਦ ਕਰਦੇ ਹਾਂ, ਅਸੀਂ ਵਾਰ-ਵਾਰ ਆਪਣੇ ਅੱਗੋਂ ਬੱਚਿਆਂ ਨੂੰ ਦਿੰਦੇ ਹਾਂ। ਹਰੇਕ ਕੋਲ ਆਪਣੀ ਵਿਰਾਸਤ ਹੁੰਦੀ ਹੈ। ਮਨੁੱਖਾਂ ਦੀ ਖਾਸੀਅਤ ਇਹੀ ਹੈ ਵੀ ਸਾਡੇ ਕੋਲ ਵਿਰਾਸਤ ਹੁੰਦੀ ਹੈ, ਜਾਨਵਰਾਂ ਕੋਲ ਨਹੀਂ ਹੁੰਦੀ। ਉਹਨਾਂ ਕੋਲ ਸਾਡੇ ਕੋਲ ਇੱਕ ਵਿਰਸਾ ਹੁੰਦਾ ਹੈ। ਅਸੀਂ ਇਸ ਕਰਕੇ ਗੱਲ ਕਰਦੇ ਹੈਗੇ ਹਾਂ ਵੀ ਵਿਰਾਸਤ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ, ਕਿੱਥੇ ਅਸੀਂ ਗਲਤੀਆਂ ਕੀਤੀਆਂ ਨੇ, ਕਿੱਥੇ ਅਸੀਂ ਪ੍ਰਾਪਤੀਆਂ ਕੀਤੀਆਂ ਨੇ, ਤੇ ਉਹਨਾਂ ਗਲਤੀਆਂ ਤੋਂ ਵੀ ਸਿੱਖਣਾ ਹੈ ਵੀ ਅਸੀਂ ਸੁਧਾਰਨਾ ਹੈਗਾ, ਤੇ ਜੋ ਪ੍ਰਾਪਤੀਆਂ ਕੀਤੀਆਂ ਨੇ ਅਸੀਂ ਉਹਨਾਂ ਨੂੰ ਕਿਵੇਂ ਹੋਰ ਅੱਗੇ ਵਧਾਉਣਾ ਹੈਗਾ, ਤੇ ਅਗਲੀ ਜਨਰੇਸ਼ਨ ਜਿਹੜੀ ਹੈਗੀ ਅਸੀਂ ਆਪਣੀ ਉਹਨਾਂ ਨੂੰ ਮਤਲਬ ਕਿ ਹੋਰ ਵਧੀਆ ਖੂਬਸੂਰਤ ਜ਼ਿੰਦਗੀ ਦੇ ਲਈ ਤਿਆਰ ਕਰਨਾ ਹੈਗਾ। ਇਹ ਇੱਕ ਵਿਰਸੇ ਦਾ ਤੇ ਵਿਰਾਸਤ ਦਾ ਇਹਨਾਂ ਚੀਜ਼ਾਂ ਬਹੁਤ ਬਹੁਤ ਖੂਬਸੂਰਤ ਹੈ ਤੁਹਾਡਾ ਸੰਦੇਸ਼ ਜੋ ਸਾਡੇ ਦਰਸ਼ਕਾਂ ਤੱਕ ਪਹੁੰਚ ਰਿਹਾ ਹੈ ਤੁਹਾਡੇ ਜ਼ਰੀਏ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਡੇ ਨਾਲ ਸਕਾਈਪ ਦੇ ਜ਼ਰੀਏ ਜੁੜੇ ਤੇ ਜ਼ਿਲ੍ਹਿਆਂਵਾਲੇ ਬਾਗ ਦੀ ਵਿਰਾਸਤ ਕੀ ਹੈ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਜਾਂਦੇ ਜਾਂਦੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇੱਕ ਇਤਿਹਾਸ ਉਹ ਹੁੰਦਾ ਹੈ ਜੋ ਰਾਜਨੀਤੀ ਲਿਖਦੀ ਹੈ, ਤੇ ਇੱਕ ਇਤਿਹਾਸ ਉਹ ਹੁੰਦਾ ਹੈ ਜੋ ਲੋਕ ਲਿਖਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੰਜਾਬ ਮੇਲ USA TV ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।